5 ਸਾਲ ਹੋ ਗਏ ਆ ਅਸੀਂ ਇਸ ਕੰਮ ਨੂੰ ਮਤਲਬ ਕੰਟੀਨਿਊਸਲੀ ਕਰ ਰਹੇ ਹਾਂ ਤੇ ਬਹੁਤ ਡਿਫਰੈਂਟ ਤਰੀਕੇ ਨਾਲ ਕਰ ਰਹੇ ਹਾਂ ਇਹ ਕੰਮ ਨੂੰ ਟਰਾਈ ਕਰਦੇ ਹਾਂ ਕੁਝ ਨਵਾਂ ਟਰਾਈ ਕਰਨ ਦਾ ਤੇ ਪ੍ਰੋਬਲਮਸ ਵੀ ਫੇਸ ਕਰਨੀਆਂ ਪੈਂਦੀਆਂ ਹੁਣ ਹਾਈਟ ਤੇ ਵੀ ਕਰਨਾ ਪੈਂਦਾ ਬਹੁਤ ਬਰੀਕ ਕੰਮ ਹੁੰਦਾ ਤੁਹਾਡੀ ਆਈਜ਼ ਤੇ ਵੀ ਇਫੈਕਟ ਪੈਂਦਾ ਬਹੁਤ ਗਰਮੀ 'ਚ ਵੀ ਕੰਮ ਕੀਤਾ ਬਹੁਤ ਬੁਰੀ ਹਾਲਤ ਹੋ ਜਾਂਦੀ ਸੀਗੀ ਅਸੀਂ ਬਿਮਾਰ ਵੀ ਹੋ ਜਾਂਦੇ ਸੀਗੇ ਅਸੀਂ ਬਹੁਤ ਪ੍ਰੋਬਲਮ ਫੇਸ ਕੀਤੀਆਂ ਬਟ ਠੀਕ ਆ ਜੇ ਇਹੀ ਸੋਚ ਕੇ ਰੁਕਣਾ ਹੁੰਦਾ ਨਾ ਬਹੁਤ ਟਾਈਮ ਪਹਿਲਾਂ ਹੀ ਰੁਕ ਜਾਂਦੇ ਜਦੋਂ ਸ਼ੁਰੂ ਕੀਤਾ ਸੀਗਾ ਕਿਉਂਕਿ ਸ਼ੁਰੂਆਤ 'ਚ ਬਹੁਤ ਪ੍ਰੋਬਲਮਸ ਦੇਖੀਆਂ ਸੀ ਅਸੀਂ 300 ਕਿਲੋਮੀਟਰ ਸਕੂਟੀਆਂ 'ਤੇ ਜਾਣਾ ਸਕੂਟੀ 'ਤੇ ਆਉਣਾ ਹੁਣ ਇੱਥੇ ਵੀ ਮੁੰਡੇ ਕੁੜੀਆਂ ਦਾ ਹਿਸਾਬ ਆ ਜਾਂਦਾ ਨਾ ਵੀ ਕੁੜੀਆਂ ਇੰਨਾ ਸਫ਼ਰ ਸਕੂਟੀ 'ਤੇ ਕਰਕੇ ਕਿਵੇਂ ਆਉਣਗੀਆਂ ਵੀ ਅਸੀਂ ਕਰ ਲਿਆ ਸਭ ਕੁਝ ਹੋ ਜਾਂਦਾ ਇੱਥੋਂ ਸਟਰੋਂਗ ਹੋਣਾ ਚਾਹੀਦਾ ਬੰਦਾ ਸਭ ਕੁਝ ਹੋ ਜਾਂਦਾ ਮੁੰਡਿਆਂ ਨੂੰ ਜਦੋਂ ਲੇਟ ਨਾਈਟ ਕੰਮ ਕਰਨਾ ਪੈਂਦਾ ਕੋਈ ਸਵਾਲ ਨਹੀਂ ਕਰਦਾ ਪਰ ਕੁੜੀਆਂ ਨੂੰ ਜ਼ਰੂਰ ਕਰਦੇ ਨੇ ਲੋਕੀ ਰਾਤ ਦੇ ਹਨੇਰੇ ਨੂੰ ਇੰਨਾ ਕੁ ਖੌਫਨਾਕ ਬਣਾਤਾ ਕਿ ਬਸ ਮਤਲਬ ਹਨੇਰਾ ਹੋ ਗਿਆ ਤਾਂ ਮਤਲਬ ਪਤਾ ਨਹੀਂ ਕੀ ਕੁਛ ਹੋ ਜਾਊਗਾ ਜ਼ਿੰਦਗੀ ਦਾ ਨਾਮ ਤਾਂ ਇਹੀ ਹੈ ਕਿ ਚੱਲਦੇ ਰਹੋ ਰੁਕ ਗਏ ਤਾਂ ਸਾਰਾ ਕੁਝ ਰੁਕ ਜਾਣਾ ਤੁਹਾਡੇ ਥਾਟਸ ਰੁਕ ਜਾਣਗੇ ਤੁਹਾਡੇ ਸੁਪਨੇ ਰੁਕ ਜਾਣਗੇ ਜਦੋਂ ਸੁਪਨੇ ਰੁਕੇ ਤਾਂ ਤੁਸੀਂ ਫਿਰ ਹੈ ਹੀ ਨਹੀਂ ਸਾਡਾ ਹਜੇ ਉਸ ਲੈਵਲ 'ਤੇ ਨਾ ਨਹੀਂ ਪਹੁੰਚਿਆ ਤਾਂ ਅਸੀਂ ਜੇ ਜਾਇਜ਼ ਵੀ ਮੰਗੀਏ ਤਾਂ ਵੀ ਨਾਜਾਇਜ਼ ਲੱਗਦੇ ਲੋਕਾਂ ਨੂੰ ਜੇ ਕੋਈ ਉਹੀ ਵੱਡਾ ਆਰਟਿਸਟ ਜਿਹਦਾ ਬਹੁਤ ਨਾਮ ਬਣਿਆ ਹੋਇਆ ਸੋਸਾਇਟੀ 'ਚ ਜਾਂ ਬਹੁਤ ਫੇਮਸ ਆ ਨਾ ਬਹੁਤ ਪੁਰਾਣਾ ਆਰਟਿਸਟ ਆ ਜੇ ਉਹ ਤੁਹਾਡੇ ਤੋਂ ਮਤਲਬ ਕਿ ਤੁਹਾਡੇ ਤੋਂ 10 ਲੱਖ ਰੁਪਏ ਫਾਲਤੂ ਵੀ ਮੰਗ ਲੂਗਾ ਤੁਸੀਂ ਉਹ ਵੀ ਦੇਣ ਨੂੰ ਤਿਆਰ ਹੋ ਕਿਉਂਕਿ ਮੈਂ ਉਸ ਫੇਮਸ ਆਰਟਿਸਟ ਤੋਂ ਆਪਦੇ ਘਰੇ ਕੰਮ ਕਰਾਇਆ ਤੁਸੀਂ ਮੌਕਾ ਦਿਓਗੇ ਉਹਨੂੰ ਜਗ੍ਹਾ ਦਿਓਗੇ ਉਹ ਕੰਮ ਕਰਾਓਗੇ ਤੇ ਉਹਦਾ ਨਾਂ ਕਿਉਂ ਨਹੀਂ ਬਣੂਗਾ ਜੋ ਤੁਸੀਂ ਉਹਨਾਂ ਨੂੰ ਮੌਕਾ ਹੀ ਨਹੀਂ ਦੇਣਾ ਸੋਸਾਇਟੀ 'ਚ ਇੱਕ ਦੂਜੇ ਨਾਲ ਤਾਂ ਸਾਰਾ ਕੁਝ ਚੱਲਦਾ ਪੇਰੈਂਟਸ ਨੂੰ ਵੀ ਕੌਣ ਦਬਾਉਂਦਾ ਸੋਸਾਇਟੀ ਹੀ ਦਬਾਉਂਦੀ ਆ ਨਾ ਉਹ ਵਿਚਾਰੇ ਉਹਨਾਂ ਦੇ ਵਿੱਚ ਹੀ ਰਹਿ ਰਹੇ ਉਹ ਵੀ ਮਜਬੂਰ ਆ ਤੇ ਅਸੀਂ ਉਹ ਚੀਜ਼ ਨੂੰ ਕਿ ਨਹੀਂ ਆਪਾਂ ਉਹ ਚੀਜ਼ ਨਹੀਂ ਕਰਨ ਦੇਣੀ ਤੇ ਅਸੀਂ ਐਕਚੁਅਲੀ ਅਸੀਂ ਦੋਨੋਂ ਇੱਕ ਦੂਜੇ ਦੇ ਬਹੁਤ ਵੱਡੇ ਸਪੋਰਟਰ ਆ ਬਹੁਤ ਵੱਡੇ ਜੇ ਕਿਤੇ ਮੈਂ ਵੀਕ ਪੈ ਜਾਂਦੀ ਹਾਂ ਤੇ ਇਹ ਮੈਨੂੰ ਸਪੋਰਟ ਕਰਦੀ ਤੇ ਇਹ ਵੀਕ ਪੈਂਦੀ ਤਾਂ ਮੈਂ ਸਪੋਰਟ ਕਰਦੀ ਹਾਂ ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋ ਅੱਖਰ ਦੇ ਨਾਲ ਤੇ ਮੈਂ ਹਾਂ ਪਵਨਪ੍ਰੀਤ ਕੌਰ ਤੁਹਾਨੂੰ ਪਤਾ ਹੈ ਕਿ ਸਭ ਤੋਂ ਖੂਬਸੂਰਤ ਕੀ ਹੁੰਦਾ ਹੈ ਕਿਸੇ ਦੀ ਜ਼ਿੰਦਗੀ ਨੂੰ ਰੰਗਾਂ ਦੇ ਨਾਲ ਭਰਨਾ ਮੇਰੇ ਨਾਲ ਨੇ ਮਾਇਰਾ ਤੇ ਫਨਕਾਰੀ ਕੌਰ ਜੋ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਰੰਗਾਂ ਨਾਲ ਭਰਦੀਆਂ ਨੇ ਤੁਹਾਡਾ ਸਵਾਗਤ ਹੈ ਅੱਖਰ ਤੇ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਮੈਨੂੰ ਆਪਣੀ ਜਿਹੜੀ ਤੁਹਾਡੀ ਕਲਾ ਹੈ ਉਹਦੇ ਬਾਰੇ ਡਿਟੇਲ ਵਿੱਚ ਸਮਝਾਓ ਕਿ ਹੈ ਕੀ ਚੀਜ਼ ਇਹ ਅਸੀਂ ਮਿਨੀਏਚਰ ਆਰਟ ਕਰਦੇ ਆ ਤੇ ਮਤਲਬ ਆਪਣੇ ਆਰਟ ਨੂੰ ਅਸੀਂ ਐਕਚੁਅਲੀ ਜਿਹੜਾ ਆਪਾਂ ਡਿਗਰੀ ਲੈਂਦੇ ਆ ਉਹ ਫਾਈਨ ਆਰਟਸ ਦੀ ਡਿਗਰੀ ਹੁੰਦੀ ਆ ਮਾਸਟਰਸ ਕੀਤੀ ਹੈ ਅਸੀਂ ਤੇ ਉਹਦੇ 'ਚ ਅਸੀਂ ਸਪੈਸੀਫਿਕ ਸਬਜੈਕਟਸ ਰੱਖੇ ਸੀਗੇ ਮਿਨੀਏਚਰ ਤੇ ਗ੍ਰਾਫਿਕ ਤੇ ਇਹਨਾਂ ਨੇ ਰੱਖਿਆ ਸੀਗਾ ਪੋਰਟਰੇਟ ਤੇ ਮਿਨੀਏਚਰ ਓਕੇ ਹਾਂਜੀ ਤੇ ਅਸੀਂ ਉਸ 'ਚ ਮਾਸਟਰ ਕੀਤੀ ਆਪਣੀ ਤੇ ਉਸ ਤੋਂ ਬਾਅਦ ਅਸੀਂ ਪ੍ਰੋਫੈਸ਼ਨਲੀ ਇਸ ਫੀਲਡ 'ਚ ਕੰਮ ਕਰ ਰਹੇ ਹਾਂ ਤੇ ਹੁਣ ਫ੍ਰੀਲਾਂਸ ਆਪਣਾ ਕੰਮ ਚੱਲ ਰਿਹਾ ਇਹਦੇ 'ਚ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਮਤਲਬ ਹੁਣੇ ਆਪਣੇ ਦਰਸ਼ਕਾਂ ਨੂੰ ਦੱਸਿਆ ਕਿ ਰੰਗਾਂ ਤੋਂ ਸੋਹਣਾ ਕੁਝ ਨਹੀਂ ਹੁੰਦਾ ਸਾਨੂੰ ਖੁਸ਼ ਕਰਦੇ ਨੇ ਰੰਗ ਹੈ ਨਾ ਤੇ ਤੁਹਾਨੂੰ ਮਜ਼ਾ ਆਉਂਦਾ ਆਪਣਾ ਕੰਮ ਕਰਦੇ ਵੇਲੇ ਹਾਂਜੀ ਜ਼ਰੂਰ ਮਤਲਬ ਬਹੁਤ ਇੰਜੋਏ ਕਰਦੇ ਹਾਂ ਅਸੀਂ ਆਪਦੇ ਇਸ ਫੀਲਡ 'ਚ ਤਾਂ ਹੀ ਅਸੀਂ ਜੌਬ ਵੀ ਤਾਂ ਹੀ ਕੁਇਟ ਕੀਤੀ ਸੀ ਕਿ ਆਪਾਂ ਜੌਬ ਨਹੀਂ ਕਰਨਾ ਐਕਚੁਅਲੀ ਤੁਸੀਂ ਸਟ੍ਰਿਕਟ ਹੋ ਜਾਂਦੇ ਹੋ ਤੇ ਅਸੀਂ ਆਪਦੇ ਕੰਮ ਨੂੰ ਇੰਜੋਏ ਕਰਨ ਲਈ ਤੇ ਫ੍ਰੀ ਕਿਉਂਕਿ ਆਰਟਿਸਟ ਜਿੰਨਾ ਫ੍ਰੀ ਹੋ ਕੇ ਕੰਮ ਕਰੂਗਾ ਉਹਨਾਂ ਸੋਹਣਾ ਕੰਮ ਕਰਦਾ ਤੇ ਉਹਨੂੰ ਇੰਨਾ ਇੰਜੋਏ ਕਰਦਾ ਸੋ ਅਸੀਂ ਹੁਣ ਫ੍ਰੀਲਾਂਸ ਇਸ ਚੀਜ਼ 'ਚ ਵਰਕ ਕਰ ਰਹੇ ਹਾਂ ਤੇ ਵਧੀਆ ਚੱਲ ਰਿਹਾ ਹਾਂਜੀ ਜਿਹੜਾ ਤੁਸੀਂ ਕੰਮ ਕਰ ਰਹੇ ਹੋ ਬਹੁਤ ਔਖਾ ਆ ਹੈ ਨਾ ਕੋਈ ਵੀ ਹੋਵੇ ਚਾਹੇ ਮੁੰਡਾ ਜਾਂ ਕੁੜੀ ਹੋਵੇ ਬਹੁਤ ਮਤਲਬ ਉੱਚੀਆਂ ਛੱਤਾਂ ਦੇ ਉੱਤੇ ਚੜ੍ਹ ਕੇ ਤੁਹਾਨੂੰ ਕੰਮ ਕਰਨਾ ਪੈਂਦਾ ਛੋਟੀ ਇੰਨੀ ਬਰੀਕੀ ਦੇ ਨਾਲ ਕੰਮ ਕਰਨਾ ਪੈਂਦਾ ਹੈ ਨਾ ਫਿਰ ਰੰਗਾਂ ਦਾ ਧਿਆਨ ਰੱਖਣਾ ਕਿ ਹੈ ਨਾ ਅਗਲੇ ਨੂੰ ਕਿਸ ਤਰ੍ਹਾਂ ਦੀ ਫੀਲਿੰਗਸ ਬਹੁਤ ਦਿੰਦੇ ਹੁੰਦੇ ਨੇ ਰੰਗ ਕਿ ਕਿਸੇ ਨੂੰ ਖੁਸ਼ ਕਰਦੇ ਜਾਂ ਉਦਾਸ ਕਰਦੇ ਵੈਸੇ ਕਿਸੇ ਕੰਮ ਦੇ ਉੱਤੇ ਲਿਖਿਆ ਨਹੀਂ ਹੁੰਦਾ ਕਿ ਇਹ ਮੁੰਡਿਆਂ ਦਾ ਹੀ ਕੰਮ ਆ ਜਾਂ ਇਹ ਕੁੜੀਆਂ ਦਾ ਹੀ ਹੈ ਤੇ ਪਰ ਇਹ ਕਿਹਾ ਜ਼ਰੂਰ ਜਾਂਦਾ ਕਿ ਇਹ ਕੰਮ ਸਿਰਫ ਮੁੰਡੇ ਹੀ ਕਰ ਸਕਦੇ ਜਾਂ ਕੁੜੀਆਂ ਕਰ ਸਕਦੀਆਂ ਨੇ ਤੁਹਾਨੂੰ ਇਸ ਚੀਜ਼ ਨੂੰ ਲੈ ਕੇ ਲੋਕੀ ਇਹ ਗੱਲਾਂ ਕਹਿੰਦੇ ਨੇ ਹਾਂਜੀ ਐਕਚੁਅਲੀ ਆਪਣਾ ਉਹੀ ਆ ਕੰਮ ਦਾ ਤਾਂ ਕਿਸੇ ਦਾ ਨਾਂ ਨਹੀਂ ਲਿਖਿਆ ਹੁੰਦਾ ਕੰਮ ਕੋਈ ਵੀ ਹੋਵੇ ਤੇ ਆਪਾਂ ਕਰ ਸਕਦੇ ਹਾਂ ਹੈ ਨਾ ਡਿਪੈਂਡ ਕਰਦਾ ਤੁਸੀਂ ਕਿੰਨੀ ਕੀ ਐਫਰਟਸ ਨਾਲ ਤੇ ਕਿੰਨੀ ਕੀ ਮਿਹਨਤ ਨਾਲ ਉਹ ਕੰਮ ਕਰ ਰਹੇ ਹੋ ਤੇ ਅਸੀਂ ਹੁਣ ਇਹ ਕੰਮ ਕਰਦੇ ਹਾਂ ਆਰਟ ਦਾ ਕੰਮ ਤਾਂ ਕੋਈ ਵੀ ਅੱਜ ਕੱਲ੍ਹ ਤਾਂ ਚਲੋ ਪਹਿਲਾਂ ਤਾਂ ਇਹ ਹੁੰਦਾ ਸੀ ਕੁੜੀਆਂ ਹੀ ਕਰਦੀਆਂ ਨਾ ਆਰਟ ਦਾ ਤੇ ਹੁਣ ਤਾਂ ਮੁੰਡੇ ਵੀ ਬਹੁਤ ਕਰਨ ਲੱਗ ਗਏ ਡਿਪੈਂਡ ਕਰਦਾ ਨਾ ਹੁਣ ਜਿਵੇਂ ਤੁਸੀਂ ਕਿੰਨੇ ਕੁ ਵਧੀਆ ਤਰੀਕੇ ਨਾਲ ਕਰ ਰਹੇ ਹੋ ਕਿੰਨੇ ਕੁ ਪੈਸ਼ਨ ਨਾਲ ਇਹ ਕੰਮ ਕਰ ਰਹੇ ਹੋ ਕਿੰਨਾ ਕੁ ਵਧੀਆ ਇਹਨੂੰ ਫੋਲੋ ਕਰ ਰਹੇ ਹੋ ਤੇ ਅਸੀਂ ਹੁਣ ਜਦੋਂ ਸਟੱਡੀ ਕੰਪਲੀਟ ਕੀਤੀ ਹੈ ਅਸੀਂ 5 ਸਾਲ ਹੋ ਗਏ ਹਾਂ ਅਸੀਂ ਇਸ ਕੰਮ ਨੂੰ ਮਤਲਬ ਕੰਟੀਨਿਊਸਲੀ ਕਰ ਰਹੇ ਹਾਂ ਤੇ ਬਹੁਤ ਡਿਫਰੈਂਟ ਤਰੀਕੇ ਨਾਲ ਕਰ ਰਹੇ ਹਾਂ ਇਹ ਕੰਮ ਨੂੰ ਟਰਾਈ ਕਰਦੇ ਹਾਂ ਕੁਝ ਨਵਾਂ ਟਰਾਈ ਕਰਨ ਦਾ ਤੇ
ਪ੍ਰੋਬਲਮਸ ਵੀ ਫੇਸ ਕਰਨੀਆਂ ਪੈਂਦੀਆਂ। ਹੁਣ ਹਾਈਟ ਤੇ ਵੀ ਕਰਨਾ ਪੈਂਦਾ, ਬਹੁਤ ਬਰੀਕ ਕੰਮ ਹੁੰਦਾ, ਤੁਹਾਡੀ ਆਈਜ਼ ਤੇ ਵੀ ਇਫੈਕਟ ਪੈਂਦਾ। ਜੇ ਹਾਈਟ ਤੇ ਤਾਂ ਤੁਹਾਨੂੰ ਨੈਕ ਤੇ ਪ੍ਰੋਬਲਮ ਹੁੰਦੀ ਹੈ ਨਾ, ਤੇ ਜਾਂ ਤੁਸੀਂ ਸੀਲਿੰਗ ਤੇ ਕੰਮ ਕਰ ਰਹੇ ਹੋ ਤਾਂ ਤੁਹਾਨੂੰ ਬਹੁਤ ਪ੍ਰੋਬਲਮ ਫੇਸ ਕਰਨੀ ਪੈਂਦੀ ਹੈ। ਸੋ ਕੰਮ ਦਾ ਤੁਹਾਨੂੰ ਮਤਲਬ ਕਿ ਤੁਹਾਡੇ ਤੇ ਹੈ ਕਿ ਤੁਸੀਂ ਜੇ ਉਹ ਪ੍ਰੋਬਲਮ ਨੂੰ ਫੇਸ ਕਰ ਸਕਦੇ ਹੋ ਕਿ ਨਹੀਂ ਕਰ ਸਕਦੇ ਹੋ। ਡਰਨਾ ਨਹੀਂ, ਕੰਮ ਕਰੋ ਹੈ ਨਾ, ਕੰਟੀਨਿਊਸਲੀ ਕਰੋ ਤੇ ਥੋੜਾ ਆਪਦਾ ਧਿਆਨ ਵੀ ਰੱਖੋ। ਤੇ ਕੰਮ ਕੋਈ ਵੀ ਔਖਾ ਨਹੀਂ ਹੈਗਾ, ਤੇ ਕੋਈ ਕੰਮ ਵੰਡਿਆ ਨਹੀਂ ਹੋਇਆ ਜਾਂ ਮੁੰਡਾ ਹੀ ਕਰੂਗਾ ਜਾਂ ਕੁੜੀ ਕਰੂਗੀ। ਆਪਾਂ ਕੋਈ ਵੀ ਕੰਮ ਮਿਲ ਕੇ ਹਰ ਕੋਈ ਕਰ ਸਕਦਾ। ਉਹੀ ਨਾ, ਤੁਸੀਂ ਲੋਕਾਂ ਦੀਆਂ ਧਾਰਨਾਵਾਂ ਨੂੰ ਤੋੜ ਰਹੇ ਹੋ, ਬਹਾ ਦੇ ਉਲਟ ਚੱਲਣਾ ਹੈ, ਸ਼ੁਰੂ ਤੋਂ ਹੀ ਸੋਚਿਆ ਹੋਇਆ ਸੀਗਾ ਕਿ ਹਾਂਜੀ ਐਕਚੁਅਲੀ ਕਰ ਦਿੰਦੇ ਕਿਹਾ ਸੀਗਾ ਇਹ ਤਾਂ ਪੁੱਠੇ ਜੰਮੇ ਜਵਾਕ ਸਾਡੇ। ਮਤਲਬ ਸਟਾਰਟਿੰਗ ਤੋਂ ਹੀ ਨਾ, ਮਤਲਬ ਜੋ ਚੀਜ਼ ਚੰਗਾ ਮਾੜਾ ਦੇਖੋ ਪੇਰੈਂਟਸ ਨੇ ਸਾਨੂੰ ਸਿਖਾਇਆ ਛੋਟੇ ਹੁੰਦੇ ਤੋਂ ਹੀ, ਤੇ ਉਹ ਚੀਜ਼ ਦੀ ਸਾਨੂੰ ਸਮਝ ਵੀ ਹੈਗੀ ਕੀ ਚੰਗਾ ਤੇ ਕੀ ਮਾੜਾ। ਬਟ ਜਦੋਂ ਤੁਸੀਂ ਕੋਈ ਔਖਾ ਕੰਮ ਕਰਦੇ ਹੋ ਤੇ ਆਪਾਂ ਨੂੰ ਸਪੈਸ਼ਲੀ ਨਾ ਮੁੰਡਿਆਂ ਨੂੰ ਤਾਂ ਫੋਰਸ ਕੀਤਾ ਜਾਂਦਾ ਤੁਸੀਂ ਇਹ ਕੰਮ ਕਰੋ ਹੈ ਨਾ, ਔਖਾ ਕੰਮ ਆ ਤਾਂ ਤੁਸੀਂ ਕਰੋ, ਤੁਹਾਨੂੰ ਕਰਨਾ ਚਾਹੀਦਾ ਆ। ਤੇ ਕੁੜੀਆਂ ਹਾਂ ਥੋੜਾ ਹਾਰਡ ਬਣੋ, ਟਫ ਬਣੋ ਜਾਂ ਥੋੜੇ ਤੁਸੀਂ ਸਟਰੋਂਗ ਬਣੋ। ਤੇ ਇਸ ਚੀਜ਼ ਤੋਂ ਥੋੜਾ ਕੁੜੀਆਂ ਨੂੰ ਹਟਾਇਆ ਜਾਂਦਾ ਕਿ ਨਹੀਂ ਤੁਸੀਂ ਇਹ ਚੀਜ਼ ਨਹੀਂ ਕਰਨੀ ਹੈ ਨਾ, ਤੁਹਾਡੇ ਲਈ ਔਖਾ ਹੋ ਜਾਊਗਾ, ਤੁਹਾਨੂੰ ਪ੍ਰੋਬਲਮ ਹੋ ਜਾਣਗੀਆਂ ਹੈ ਨਾ। ਕੁੜੀਆਂ ਦਾ ਬਹੁਤ ਸਾਰੇ ਰੀਜ਼ਨਸ ਹੁੰਦੇ ਆ, ਬਟ ਉਹ ਮੈਂਟਲੀ ਆਪਾਂ ਤੁਹਾਨੂੰ ਵੀਕ ਬਣਾਉਂਦੇ ਆ। ਐਕਚੁਅਲੀ ਕੁਝ ਕੁ ਰੀਜ਼ਨਸ ਹੁੰਦੇ ਆ ਜਿਹੜੇ ਆਪਾਂ ਵੀ ਮੰਨਦੇ ਆ, ਬਟ ਸਭ ਕੁਝ ਸਿਮਿਲਰ ਹੀ ਹੈਗਾ ਹੈ ਨਾ। ਤੇ ਉਹ ਤੁਹਾਡੇ ਤੇ ਡਿਪੈਂਡ ਕਰਦਾ ਜਿੰਨਾ ਤੁਸੀਂ ਸਟ੍ਰੈਸ ਲੈ ਕੇ ਚੀਜ਼ਾਂ ਨੂੰ ਕਰੋਗੇ ਕਿ ਤੁਸੀਂ ਉਹ ਬੱਚਿਆਂ ਨੂੰ ਨਾ, ਮੁੰਡੇ ਤੇ ਕੁੜੀ ਨੂੰ ਇਕੁਅਲ ਲੈ ਕੇ ਚਲੋ। ਪੇਰੈਂਟਸ ਸਟਾਰਟ ਕਰਨਗੇ ਨਾ ਇਹ ਚੀਜ਼ ਤੇ ਸੁਸਾਇਟੀ ਆਪਣੇ ਆਪ ਐਕਸੈਪਟ ਕਰੂਗੀ। ਜਦੋਂ ਪੇਰੈਂਟਸ ਨੇ ਹੀ ਨਹੀਂ ਸਟਾਰਟ ਕਰਨਾ, ਪੇਰੈਂਟਸ ਨੇ ਹੀ ਦੋਨਾਂ ਨੂੰ ਅੱਡ ਕਰਕੇ ਰੱਖਣਾ ਨਾ, ਫਿਰ ਉੱਥੇ ਪ੍ਰੋਬਲਮ ਸ਼ੁਰੂ ਹੋ ਜਾਂਦੀਆਂ ਨੇ। ਸੋ ਇਹ ਚੀਜ਼ਾਂ ਚਲੋ ਜਿੱਦੀ ਤਾਂ ਅਸੀਂ ਬਚਪਨ ਤੋਂ ਹੀ ਸੀਗੇ, ਪਰ ਚੰਗੇ ਚੀਜ਼ਾਂ ਲਈ ਕਿ ਆਪਾਂ ਕੰਮ ਕਰਨਾ ਨਾ। ਤੇ ਹਰ ਇੱਕ ਚੀਜ਼ 'ਚ ਮੈਂ ਜੋ ਛੋਟੀ ਹੁੰਦੀ ਸੀ, ਐਕਚੁਅਲੀ ਦੇਖੋ ਅੱਜ ਕੱਲ੍ਹ ਦੇ ਬੱਚੇ ਨਹੀਂ ਕੰਮ ਕਰਦੇ। ਮੈਂ ਤਾਂ ਛੋਟੇ ਹੁੰਦੇ ਤੋਂ ਮੰਮਾ ਮੇਰੇ ਬਿਮਾਰ ਰਹਿਣੇ ਸ਼ੁਰੂ ਹੋ ਗਏ ਸੀ ਤੇ ਮੈਂ ਉੱਥੋਂ ਹੀ ਕੰਮ ਕਰਨਾ ਸ਼ੁਰੂ ਕਰਤਾ, 2nd ਕਲਾਸ ਤੋਂ ਹੀ। ਘਰ ਦਾ ਕੰਮ ਕਰਨਾ, ਹੋਰ ਕੰਮ ਕਰਨੇ, ਮੈਨੂੰ ਹਰ ਚੀਜ਼ 'ਚ ਇੰਟਰਸਟ ਹੈ। ਡੈਡੀ ਦਾ ਜਿਵੇਂ ਬਿਜ਼ਨਸ ਹੈ ਤਾਂ ਮੈਂ ਉੱਥੇ ਵੀ ਆਪਦਾ ਇੰਟਰਸਟ ਸ਼ੋ ਕਰਦੀ ਸੀਗੀ। ਪੜ੍ਹਨ ਲਈ ਵੀ ਤੁਹਾਨੂੰ ਹੁਣ ਜਦੋਂ ਸਭ ਤੋਂ ਵੱਡੀ ਗੱਲ ਜਿਹੜੀ ਜਦੋਂ ਤੁਹਾਡੀ ਅੱਗੇ ਹਾਇਰ ਡਿਗਰੀ ਲੈਣ ਦੀ ਗੱਲ ਆਉਂਦੀ ਹੈ, ਉੱਥੇ ਤੁਹਾਨੂੰ ਰੋਕਿਆ ਜਾਂਦਾ ਕਿ ਬਸ ਬਹੁਤ ਹੋ ਗਿਆ ਨਾ, ਏਜ ਹੋ ਗਈ, ਆਪਾਂ ਹੁਣ ਵਿਆਹ ਵੀ ਉਹਦਾ ਸੋਚੀਏ ਨਾ। ਹਾਇਰ ਡਿਗਰੀ ਲਈ ਤੁਹਾਨੂੰ ਸਟਰਗਲ ਕਰਨਾ ਪਿਆ ਤੇ ਅਸੀਂ ਉੱਥੇ ਜਦੋਂ ਡਿਗਰੀ ਲੈ ਲਈ ਤੋਂ ਬਾਅਦ ਤੁਹਾਨੂੰ ਜਦੋਂ ਤੁਸੀਂ ਜੋਬ ਤੋਂ ਇਲਾਵਾ ਕੁਛ ਨਵਾਂ ਕਰਨ ਦੀ ਕੋਸ਼ਿਸ਼ ਕਰਦੇ ਹੋ, ਉੱਥੇ ਸਾਨੂੰ ਪ੍ਰੋਬਲਮ ਫੇਸ ਕਰਨੀ ਪਈ ਨਾ। ਹੁਣ ਕੁਛ ਨਵਾਂ ਕਰਨਾ, ਹੁਣ ਜੋਬ ਨਹੀਂ ਕਰਨੀ, ਜੋਬ ਨਹੀਂ ਕਰਨੀ, ਆਰਟ 'ਚ ਵੀ ਕੁਛ ਡਿਫਰੈਂਟ ਕਰਨਾ, ਉੱਥੇ ਵੀ ਤੁਹਾਨੂੰ ਬਹੁਤ ਕੁਛ ਸੁਣਨਾ ਪਊਗਾ। ਉਹ ਚੀਜ਼ਾਂ ਸਾਨੂੰ ਮਤਲਬ ਹਜੇ ਵੀ ਅਸੀਂ ਫੇਸ ਕਰਦੇ ਹਾਂ, ਪਰ ਆਏਂ ਕਿ ਰੁਕਣਾ ਨਹੀਂ, ਕਰਨਾ ਕਿ ਜ਼ਿੰਦਗੀ ਦਾ ਨਾਮ ਤਾਂ ਇਹੀ ਹੈ ਕਿ ਚੱਲਦੇ ਰਹੋ। ਰੁਕ ਗਏ ਤਾਂ ਸਾਰਾ ਕੁਛ ਰੁਕ ਜਾਣਾ, ਤੁਹਾਡੇ ਥੋਟਸ ਰੁਕ ਜਾਣਗੇ, ਤੁਹਾਡੇ ਸੁਪਨੇ ਰੁਕ ਜਾਣਗੇ। ਜਦੋਂ ਸੁਪਨੇ ਰੁਕੇ ਤਾਂ ਤੁਸੀਂ ਫਿਰ ਹੈ ਹੀ ਨਹੀਂ ਹੈ ਨਾ, ਐਗਜ਼ਿਸਟ ਹੀ ਨਹੀਂ ਕਰਦੇ ਲਾਈਫ 'ਚ। ਸੋ ਆਪਾਂ ਕਰ ਰਹੇ ਹਾਂ, ਆਪਦੇ ਆਪ ਨੂੰ ਅਸੀਂ ਕਦੇ ਵੀ ਨਹੀਂ ਰੋਕਣਾ, ਕੰਟੀਨਿਊਸਲੀ ਕੰਮ ਕਰਨਾ ਤੇ ਕੁਛ ਡਿਫਰੈਂਟ ਕਰਦੇ ਜਾਣਾ। ਰਿਸ਼ਤੇਦਾਰਾਂ ਨੇ ਜਾਂ ਲੋਕਾਂ ਨੇ ਇਹ ਚੀਜ਼ ਨਹੀਂ ਕਹੀ ਵੀ ਇਹਨਾਂ ਕੋਲ ਕਿੱਥੋਂ ਮੁੰਡਿਆਂ ਦੀ ਬਰਾਬਰੀ ਹੋਣੀ? ਬਹੁਤ ਕਹਿੰਦੇ ਆ, ਹੁਣ ਵੀ ਕਹਿੰਦੇ ਆ, ਪਹਿਲਾਂ ਵੀ ਫੇਸ ਕੀਤੀਆਂ ਇਹ ਗੱਲਾਂ। ਹੁਣ ਵੀ ਲੋਕ ਕਹਿੰਦੇ ਆ ਵੀ ਤੁਸੀਂ ਕਰ ਲਓਗੇ, ਉਹਨਾਂ ਨੂੰ ਯਕੀਨ ਨਹੀਂ ਹੁੰਦਾ ਕਿ ਇੰਨੀ ਉਚਾਈ ਤੇ ਕੰਮ ਤੁਹਾਡੇ ਲਈ ਕਰਨਾ ਔਖਾ ਹੋ ਜਾਊਗਾ, ਤੁਸੀਂ ਅੱਗੇ ਮੁੰਡਿਆਂ ਨੂੰ ਲਗਾਓਗੇ ਜਾਂ ਪੇਂਟਰ ਲਗਾ ਦੋਗੇ। ਪਰ ਅਸੀਂ ਇਹ ਕੰਮ ਖੁਦ ਕਰਦੇ ਹਾਂ, ਆਪਦੇ ਮਨ ਚੋਂ ਵੀ ਡਰ ਕੱਢਣਾ ਸੀ ਉਚਾਈ ਤੇ ਕੰਮ ਕਰਨ ਲਈ, ਤਾਂ ਉਹ ਚੀਜ਼ਾਂ ਮਨ ਚੋਂ ਵੀ ਕੱਢੀਆਂ, ਉਹ ਡਰ ਕੱਢਿਆ ਅਸੀਂ ਤੇ ਕੰਮ ਕੀਤੇ ਆ। ਕਿਲ੍ਹਾ ਮੁਬਾਰਕ 'ਚ ਵੀ 50 ਤੋਂ 60 ਫੁੱਟ ਉੱਚਾ ਸੀਗਾ ਉਹ ਕੰਮ, ਉੱਥੇ ਵੀ ਕੰਮ ਕੀਤਾ। ਮਤਲਬ ਪਿੱਛੇ ਇੰਨਾ ਸੇਫਟੀ ਵਾਲਾ ਨਹੀਂ ਹੁੰਦਾ ਗਾ, ਗੌਰਮੈਂਟ ਕੰਮ ਤਾਂ ਤੁਹਾਨੂੰ ਪਤਾ ਹੀ ਆ ਕਿਸ ਤਰ੍ਹਾਂ ਦੇ ਹੁੰਦੇ ਆ। ਤੇ ਉਹ ਚੀਜ਼ਾਂ ਹੁਣ ਵੀ ਲੋਕ ਕਹਿੰਦੇ ਆ ਕਿ ਔਖਾ ਹੋਊਗਾ, ਕੁੜੀਆਂ ਹੋ ਕੇ ਕਿਵੇਂ ਕਰੂੰਗੀਆਂ, ਇੰਨਾ ਉੱਚਾ ਕੰਮ ਕਿਵੇਂ ਕਰੂੰਗੇ, ਬਰੀਕ ਕੰਮ, ਜਾਂ ਦਿਨ ਦਾ ਰਾਤ ਦਾ ਕੋਈ ਪਤਾ ਨਹੀਂ ਕਿਹੜੇ ਟਾਈਮ ਕੰਮ ਕਰਨਾ ਪੈਣਾ। ਤੇ ਉਹ ਚੀਜ਼ਾਂ ਆਪਦੇ ਮਨ ਚੋਂ ਵੀ ਡਰ ਕੱਢਣ ਲਈ, ਇੱਕ ਦੁਨੀਆ ਨੂੰ ਦਿਖਾਉਣ ਲਈ ਕਿ ਕੁੜੀਆਂ ਕਿਸੇ ਕੰਮ 'ਚ ਪਿੱਛੇ ਨਹੀਂ ਹੁੰਦੀਆਂ, ਕਰ ਸਕਦੀਆਂ, ਹਰ ਕੋਈ ਬਰਾਬਰ ਹੈਗੇ ਆ, ਦੋਨੋਂ ਬਰਾਬਰ ਆ, ਕੁੜੀ ਤੇ ਮੁੰਡਾ। ਫਰਕ ਨਹੀਂ ਰੱਖਣਾ ਚਾਹੀਦਾ ਲੋਕਾਂ ਨੂੰ ਇਸ ਚੀਜ਼ ਦਾ। ਜਿਵੇਂ ਇਹ ਤੁਸੀਂ ਦੱਸਿਆ ਕਿ ਘਰੋਂ ਬਾਹਰ ਵੀ ਰਹਿਣਾ ਪੈਂਦਾ, ਲੇਟ ਨਾਈਟ ਵੀ ਕੰਮ ਕਰਨਾ ਪੈਂਦਾ, ਪਹਿਲਾਂ ਘਰਦਿਆਂ ਦਾ ਵਿਸ਼ਵਾਸ ਜਿੱਤਣਾ ਪਿਆ। ਹਾਂਜੀ, ਘਰਦਿਆਂ ਦੇ ਮਨ 'ਚ ਡਰ ਤਾਂ ਸੀ ਵੀ ਲੇਟ ਨਾਈਟ ਕਿਵੇਂ ਕਰਨਗੀਆਂ, ਰਾਤ ਨੂੰ ਆਉਣਾ ਜਾਣਾ, ਕਿੱਥੇ ਰੁਕਣਗੀਆਂ, ਕਿਵੇਂ ਰਹਿਣਗੀਆਂ, ਕਿਵੇਂ ਸੇਫ ਹੈ ਜਾਂ ਨਹੀਂ ਹੈ। ਹੌਲੀ ਹੌਲੀ ਉਹਨਾਂ ਦੇ ਮਨ 'ਚੋਂ ਵੀ ਡਰ ਨਿਕਲ ਗਿਆ, ਕਿਉਂਕਿ ਇੰਨੇ ਸਾਲ ਹੋ ਗਏ ਕੰਮ ਕਰਦਿਆਂ ਨੂੰ, ਨਹੀਂ ਦਿੱਕਤ ਆਈਆਂ। ਕਿਉਂਕਿ ਅਸੀਂ ਆਪਦੇ ਵੀ ਮਨ 'ਚੋਂ ਡਰ ਕੱਢਿਆ ਹੋਇਆ ਸੀਗਾ ਕਿ ਜੇ ਬੰਦਾ ਖੁਦ ਡਰ ਕੇ ਰਹੂਗਾ ਤਾਂ ਅਗਲਾ ਡਰਾਊਗਾ ਹੀ। ਜੇ ਆਪਾਂ ਆਪਦੇ ਆਪ ਨੂੰ ਕਮਜ਼ੋਰ ਸ਼ੋਅ ਕਰਾਂਗੇ ਤਾਂ ਅਗਲਾ ਡਰਾਊਗਾ ਹੀ ਆਪਾਂ ਨੂੰ। ਅਸੀਂ ਉਹ ਆਪਦੇ ਮਨ 'ਚੋਂ ਡਰ ਕੱਢ ਕੇ ਹੀ ਨਿਕਲੇ ਸੀ ਕਿ ਸਭ ਕੁਝ ਚੰਗਾ ਹੀ ਹੋਊਗਾ, ਪੋਜ਼ਿਟਿਵ ਸੋਚਾਂਗੇ ਤਾਂ ਪੋਜ਼ਿਟਿਵ ਹੀ ਹੋਊਗਾ। ਉਹੀ ਚੀਜ਼ ਨਾ ਕਿ ਮੁੰਡਿਆਂ ਨੂੰ ਜਦੋਂ ਲੇਟ ਨਾਈਟ ਕੰਮ ਕਰਨਾ ਪੈਂਦਾ ਕੋਈ ਸਵਾਲ ਨਹੀਂ ਕਰਦਾ, ਪਰ ਕੁੜੀਆਂ ਨੂੰ ਜ਼ਰੂਰ ਕਰਦੇ ਨੇ ਲੋਕੀ। ਐਕਚੁਅਲੀ ਨਾ ਪਤਾ ਕੀ ਆ, ਇਹ ਸਾਰੇ ਨਾ ਜਿਹੜੀ ਆਪਾਂ ਸਿਚੁਏਸ਼ਨ ਕ੍ਰੀਏਟ ਕੀਤੀ ਹੋਈ ਸੋਸਾਇਟੀ 'ਚ, ਇਹ ਲੋਕਾਂ ਦੀ ਆਪਦੀ ਕੀਤੀ ਹੋਈ ਕਿ ਉੱਪਰੋਂ ਥੋੜ੍ਹੀ ਬਣ ਕੇ ਆਈਆਂ ਸੀਗੀਆਂ ਇਹ ਚੀਜ਼ਾਂ ਨਾ। ਲੇਟ ਨਾਈਟ ਕੁੜੀਆਂ ਨੇ ਨਹੀਂ ਕਰਨਾ, ਮੁੰਡਿਆਂ ਨੇ ਕਰਨਾ, ਜਾਂ ਫਿਰ ਇੱਕ ਟਾਈਮ ਟੇਬਲ ਬਣਾਇਆ ਹੋਇਆ, ਇਹ ਕੁੜੀਆਂ ਦਾ, ਇਹ ਮੁੰਡਾ ਦਾ, ਜਾਂ ਮੁੰਡਿਆਂ ਦਾ, ਜਾਂ ਫਿਰ ਘਰ ਦਾ ਕੰਮ ਕੁੜੀਆਂ ਕਰੂਗੀ, ਮੁੰਡੇ ਨਹੀਂ ਕਰਨਗੇ। ਮਤਲਬ ਜਿਹੜੀ ਸਾਰੀ ਡਿਵਾਈਡੇਸ਼ਨ ਕੀਤੀ ਹੈ ਸਾਰਿਆਂ ਲੋਕਾਂ ਦੀ ਕੀਤੀਆਂ ਹੋਈਆਂ। ਹਰ ਇੱਕ ਚੀਜ਼ ਦੋਨਾਂ ਨੂੰ ਮਿਲ ਕੇ ਕਰਨੀ ਚਾਹੀਦੀ ਆ। ਤੇ ਤੁਹਾਨੂੰ ਕਦੇ
ਫਿਰ ਬਾਹਰ ਲੇਟ ਨਾਈਟ ਨਿਕਲਣਾ ਨਹੀਂ ਨਿਕਲਣਾ ਜਿਹੜਾ ਮੈਟਰ ਹੀ ਨਹੀਂ ਕਰਨਗੀਆਂ। ਰਾਤ ਦਾ ਕੀ ਹੈ, ਇੱਕ ਹਨੇਰਾ ਹੀ ਤਾਂ ਹੈਗਾ, ਦਿਨ ਦਾ ਇੱਕ ਉਜਾਲਾ ਹੀ ਤਾਂ ਹੈਗਾ ਨਾ। ਇਹਦੇ 'ਚ ਤੁਸੀਂ ਰਾਤ ਦੇ ਹਨੇਰੇ ਨੂੰ ਇੰਨਾ ਕੁ ਖੌਫਨਾਕ ਬਣਾਤਾ ਕਿ ਬਸ ਮਤਲਬ ਹਨੇਰਾ ਹੋ ਗਿਆ ਤਾਂ ਮਤਲਬ ਪਤਾ ਨਹੀਂ ਕੀ ਕੁਛ ਹੋ ਜਾਊਗਾ। ਤੇ ਕਰਨ ਵਾਲੇ ਵੀ ਕੌਣ ਆ? ਲੋਕ ਹੀ ਤਾਂ ਹੈਗੇ। ਜੇ ਉਹਦੇ ਥੋਟਸ ਨੂੰ, ਆਪਦੇ ਇਹੋ ਜਿਹੀਆਂ ਸੋਚਾਂ ਨੂੰ ਚੇਂਜ ਕਰਨਗੇ ਤਾਂ ਕੀ ਰਾਤ ਤੇ ਕੀ ਦਿਨ ਹੈ ਨਾ, ਸਭ ਕੁਝ ਇੱਕੋ ਵਾਲਾ, ਸਭ ਕੁਝ ਬਰਾਬਰ ਆ। ਲੋਕ ਬਦਲਣਗੇ, ਸੋਚ ਬਦਲੂਗੀ, ਉਹਨਾਂ ਦੇ ਜਿਹੜੇ ਗਲਤ ਜਿਹੜੀ ਧਾਰਨਾਵਾਂ ਨੇ, ਗਲਤ ਉਹਨਾਂ ਦੇ ਜਿਹੜੇ ਮਨ 'ਚ ਚੀਜ਼ਾਂ ਚੱਲਦੀਆਂ ਨੇ ਕੁੜੀਆਂ ਨੂੰ ਲੈ ਕੇ ਨਾ, ਵੀ ਰਾਤ ਨੂੰ ਤਾਂ ਅਸੀਂ ਕੁਝ ਵੀ ਕਰ ਸਕਦੇ ਹਾਂ, ਦਿਨੇ ਅਸੀਂ ਨਹੀਂ ਕਰ ਸਕਦੇ। ਜਿਹਨਾਂ ਨੇ ਕਰਨਾ ਉਹ ਦਿਨੇ ਵੀ ਕਰੂਗਾ ਗਲਤ ਕੰਮ ਕਰਨਾ, ਜਿਹਨੇ ਕਰਨਾ ਉਹ ਰਾਤ ਨੂੰ ਵੀ ਕਰੂਗਾ। ਤੇ ਘਰ ਦੇ ਵਿੱਚ ਵੀ ਇਹੋ ਜਿਹੇ ਲੋਕ ਨੇ ਜਿਹੜੇ ਦਿਨ ਰਾਤ ਵੀ ਨਹੀਂ ਦੇਖਦੇ, ਜਿਹੜੇ ਮੌਕਾ ਭਾਲਦੇ ਆ, ਹੈਨਾ। ਤੇ ਇਹ ਹੁਣ ਚੀਜ਼ਾਂ ਆਪਾਂ ਨੂੰ ਆਪ ਚੇਂਜ ਕਰਨੀਆਂ ਪੈਣਗੀਆਂ। ਕੁੜੀਆਂ ਦੇਖੋ ਹੁਣ ਆਪਣੇ, ਮੈਂ ਸਪੈਸ਼ਲੀ ਗਰਲਸ ਨੂੰ ਤਾਂ ਆਪਾਂ ਕਹਿ ਰਹੇ ਕਿ ਬਹੁਤ ਤੁਸੀਂ ਅੱਜ ਕੱਲ੍ਹ ਕੁੜੀਆਂ ਬਹੁਤ ਹੋਰ ਪਾਸੇ ਜਾ ਰਹੀਆਂ ਨੇ ਨਾ। ਪਲੀਜ਼ ਤੁਸੀਂ ਆਪਦੇ ਨਾ ਮਤਲਬ ਕਿ ਜੇ ਤੁਸੀਂ ਚਾਹੁੰਦੇ ਹੋ ਨਾ ਕਿ ਅਸੀਂ ਸੇਫ ਰਹੀਏ ਤੇ ਅਸੀਂ ਕੁਝ ਵੀ ਕਰ ਸਕੀਏ, ਕਿਸੇ ਟਾਈਮ ਵੀ ਕਰ ਸਕੀਏ, ਤਾਂ ਤੁਸੀਂ ਉਸ ਦੌਰ ਤੇ ਚੱਲੋ, ਥੋੜਾ ਜਿਹਾ ਉਸ ਪਾਸੇ ਵੀ ਚਲੋ, ਉਸ ਚੀਜ਼ ਨੂੰ ਲੈ ਕੇ ਚੱਲੋ। ਤੇ ਸਭ ਕੁਝ ਪੋਸੀਬਲ ਹੈ, ਕੁਝ ਵੀ ਇੰਪੋਸੀਬਲ ਨਹੀਂ ਹੈਗਾ। ਕੰਮ ਅਸੀਂ ਕੰਮ ਕਰਦੇ ਹਾਂ, ਸਾਨੂੰ ਐਂ ਵੀ ਨਹੀਂ ਹੈਗਾ। ਫ੍ਰੀਲਾਂਸ ਕੰਮ 'ਚ ਬਹੁਤ ਮਿਹਨਤ ਕਰਨੀ ਪੈਂਦੀ ਹੈ, ਕੰਮ ਕਈ ਵਾਰੀ ਮੰਗਣਾ ਵੀ ਪੈਂਦਾ, ਤੇ ਐਂ ਫ੍ਰੀਲਾਂਸ 'ਚ ਕੰਟੀਨਿਊਸ ਤੁਹਾਨੂੰ ਕੰਮ ਵੀ ਨਹੀਂ ਆਉਂਦਾ। ਤੇ ਤੁਹਾਡੇ ਆਰਟ ਨੂੰ ਕੋਈ ਕਦਰ ਕਰਦਾ, ਕੋਈ ਨਹੀਂ ਕਰਦਾ, ਕੋਈ ਤੁਹਾਡੀ ਵੈਲਿਊ ਕਰਦਾ, ਨਹੀਂ ਕਰਦਾ। ਪੈਸੇ ਨੂੰ ਲੈ ਕੇ ਵੀ ਕੋਈ ਤੁਹਾਨੂੰ ਮਤਲਬ ਕਿ ਜਜਮੈਂਟ ਹੋ ਜਾਂਦੀ ਨਹੀਂ ਜੀ, ਬਹੁਤ ਜ਼ਿਆਦਾ ਹੈ ਜੀ। ਸਾਡਾ ਹਜੇ ਉਸ ਲੈਵਲ ਤੇ ਨਾ ਨਹੀਂ ਪਹੁੰਚਿਆ, ਤਾਂ ਅਸੀਂ ਜੇ ਜਾਇਜ਼ ਵੀ ਮੰਗੀਏ ਤਾਂ ਵੀ ਨਾਜਾਇਜ਼ ਲੱਗਦੇ ਆ ਲੋਕਾਂ ਨੂੰ। ਜੇ ਕੋਈ ਉਹੀ ਵੱਡਾ ਆਰਟਿਸਟ ਜਿਹਦਾ ਬਹੁਤ ਨਾਮ ਬਣਿਆ ਹੋਇਆ ਸੋਸਾਇਟੀ 'ਚ ਜਾਂ ਬਹੁਤ ਫੇਮਸ ਆ ਨਾ, ਬਹੁਤ ਪੁਰਾਣਾ ਆਰਟਿਸਟ ਆ, ਜੇ ਉਹ ਤੁਹਾਡੇ ਤੋਂ ਮਤਲਬ ਕਿ ਤੁਹਾਡੇ ਤੋਂ 10 ਲੱਖ ਰੁਪਏ ਫਾਲਤੂ ਵੀ ਮੰਗ ਲੂਗਾ, ਤੁਸੀਂ ਉਹ ਵੀ ਦੇਣ ਨੂੰ ਤਿਆਰ ਹੋ। ਕਿਉਂ? ਕਿਉਂਕਿ ਮੈਂ ਉਸ ਫੇਮਸ ਆਰਟਿਸਟ ਤੋਂ ਆਪਦੇ ਘਰੇ ਕੰਮ ਕਰਾਇਆ, ਆਪਦੀ ਜਗ੍ਹਾ ਤੋਂ ਕੰਮ ਕਰਾਇਆ। ਬਟ ਜੇ ਅਸੀਂ ਉਹਨਾਂ ਸਟਰਗਲ ਕਰਕੇ ਉਸ ਲੈਵਲ ਤੇ ਪਹੁੰਚ ਗਏ ਤੇ ਸਾਡਾ ਜੇ ਉਹ ਨਾਮ ਨਹੀਂ ਬਣ ਰਿਹਾ, ਤਾਂ ਮਤਲਬ ਸਾਡੇ ਤੋਂ ਕੰਮ ਨਹੀਂ ਕਰਵਾਉਣਾ ਉਹਨਾਂ ਨੇ, ਕਿਉਂ? ਸਾਡਾ ਨਾਂ ਨਹੀਂ ਬਣਿਆ ਹੋਇਆ। ਮਤਲਬ ਲੋਕਾਂ ਦੇ ਮਨ 'ਚ ਇਹ ਚੀਜ਼ਾਂ ਹਜੇ ਵੀ ਹੈਗੀਆਂ ਨੇ। ਤੁਸੀਂ ਮੌਕਾ ਦਓਗੇ, ਉਹਨੂੰ ਜਗ੍ਹਾ ਦਓਗੇ, ਉਹ ਤੋਂ ਕੰਮ ਕਰਾਓਗੇ, ਤੇ ਉਹਦਾ ਨਾਂ ਕਿਉਂ ਨਹੀਂ ਬਣੂਗਾ ਜੋ ਤੁਸੀਂ ਉਹਨਾਂ ਨੂੰ ਮੌਕਾ ਹੀ ਨਹੀਂ ਦੇਣਾ। ਸੁਸਾਇਟੀ 'ਚ ਇੱਕ ਦੂਜੇ ਨਾਲ ਤਾਂ ਸਾਰਾ ਕੁਝ ਚੱਲਦਾ। ਫਿਰ ਅਸੀਂ ਕਹਿੰਦੇ ਹਾਂ ਕਿ ਬੱਚੇ ਬਾਹਰ ਭੱਜ ਰਹੇ ਨੇ। ਮੌਕਾ ਤੁਸੀਂ ਆਪ ਦੇ ਰਹੇ ਹੋ ਨਾ ਬਾਹਰ ਭਜਾਉਣ ਦਾ ਉਹਨਾਂ ਨੂੰ। ਜਦੋਂ ਤੁਸੀਂ ਇੱਥੇ ਉਹ ਲੈਵਲ ਹੀ ਨਹੀਂ ਕ੍ਰੀਏਟ ਕਰਨਾ, ਤੁਸੀਂ ਬਾਹਰਲੀ ਕੰਟਰੀਜ਼ ਕਿਉਂ ਇੰਨੀ ਅੱਗੇ ਵੱਧ ਰਹੀਆਂ, ਤੁਸੀਂ ਇੰਨਾ ਪਿੱਛੇ ਕਿਉਂ ਜਾ ਰਹੇ ਹੋ? ਤੁਹਾਡੀ ਤਾਂ ਯੂਥ ਜਾ ਕੇ ਬਾਹਰ ਕੰਟਰੀਜ਼ ਨੂੰ ਅੱਗੇ ਵਧਾ ਰਹੀਆਂ ਨੇ, ਤੇ ਤੁਹਾਡੀ ਜਿਹੜੀ ਇੱਥੇ ਉਹੀ ਯੂਥ ਇੱਥੇ ਰਹਿ ਕੇ ਤੁਸੀਂ ਆਪਸ 'ਚ ਵਧੀਆ ਇੱਕ ਦੂਜੇ ਨਾਲ ਕੰਪੀਟੀਸ਼ਨ ਕਰੋ, ਇੱਕ ਦੂਜੇ ਨੂੰ ਸਪੋਰਟ ਕਰੋ, ਤਾਂ ਬਾਹਰ ਕੋਈ ਜਾਊਗਾ ਹੀ ਨਹੀਂ। ਤੇ ਬਾਹਰ ਸਾਰਾ ਕੁਛ ਹੀ ਇੱਥੇ ਆਪਣਾ। ਉਹੀ ਨਾ, ਇੱਥੇ ਆਪਾਂ ਇੱਕ ਦੂਸਰੇ ਤੋਂ ਆਪਦੇ ਪੇਰੈਂਟਸ ਛੱਡ ਕੇ, ਆਪਦਾ ਸਭ ਕੁਝ ਛੱਡ ਕੇ, ਔਰ ਅਸੀਂ ਹੁਣ 5 ਸਾਲ ਹੋ ਗਏ ਸਾਨੂੰ ਮਿਹਨਤ ਕਰਦੇ ਨੂੰ, ਠੀਕ ਆ। ਅਸੀਂ ਸਾਰਾ ਕੁਝ ਆਪਦਾ ਇਸ ਦੇਸ਼ ਨੂੰ ਦਿੱਤਾ, ਇਸ ਸਟੇਟ ਨੂੰ ਦਿੱਤਾ, ਤੇ ਸਾਨੂੰ ਮਜਬੂਰਨ ਬਾਹਰ ਜਾਣਾ ਜੇ ਪੈ ਜੇ, ਸਾਡਾ ਕਿੰਨਾ ਦਿਲ ਰੋਊਗਾ ਕਿ ਅਸੀਂ ਮਤਲਬ ਇੰਨਾ ਆਪਦਾ ਸਾਰਾ ਕੁਝ ਦੇ ਕੇ ਸਾਨੂੰ ਨਾ ਮਤਲਬ ਹੁਣ ਮਜਬੂਰਨ ਸਾਨੂੰ ਬਾਹਰ ਜਾਣਾ ਪੈ ਰਿਹਾ। ਸਾਡਾ ਜਿਹੜਾ ਇੰਨਾ ਸਾਲ ਦਾ ਜਿਹੜਾ ਟਾਈਮ ਲਾਇਆ ਇੱਥੇ, ਉਹ ਤਾਂ ਵੇਸਟ ਹੋ ਗਿਆ ਨਾ। ਬਾਹਰ ਜਾ ਕੇ ਸਾਨੂੰ ਫਿਰ ਜ਼ੀਰੋ ਤੋਂ ਸ਼ੁਰੂ ਕਰਨਾ ਪੈਣਾ। ਓਨੀਆਂ ਦਿਨ ਰਾਤ ਮਿਹਨਤ, ਕੀ ਪਤਾ ਸਾਨੂੰ ਇਹ ਆਪਦਾ ਪੈਸ਼ਨ ਫੋਲੋ ਕਰਨ ਨੂੰ ਮਿਲੂਗਾ ਕਿ ਵੀ ਨਹੀਂ ਮਿਲੂਗਾ। ਅਸੀਂ ਉਹ ਕੰਮ ਥੱਲੇ ਇੰਨੇ ਦਬ ਜਾਵਾਂਗੇ, ਸਾਰਾ ਦਿਨ ਦੀ ਸ਼ਿਫਟਾਂ ਲਈ ਜਾਵਾਂਗੇ। ਉੱਥੇ ਆਪਣੀ ਯੂਥ ਖਤਮ ਹੋ ਰਹੀ ਹੈ, ਨਾ ਕਿ ਉਹ ਕੋਈ ਬਹੁਤ ਵੱਡੇ ਲੈਵਲ ਤੇ ਪਹੁੰਚ ਰਹੀ ਹੈ। ਆਪਦਾ ਪਰਸਨਲ ਇੰਟਰਸਟ, ਥੋਟ ਸਭ ਕੁਝ ਖਤਮ ਹੋ ਚੁੱਕੇ ਆ। ਸੋ ਮੈਂ ਇਹ ਕਹਿੰਦੀ ਹਾਂ ਕਿ ਪਲੀਜ਼ ਇੱਕ ਦੂਜੇ ਨੂੰ ਸਪੋਰਟ ਕਰੋ। ਇੱਥੇ ਬਹੁਤ ਕੁਝ ਪਿਆ ਆਪਣਾ, ਆਪਾਂ ਇੱਕ ਦੂਜੇ ਨੂੰ ਸਪੋਰਟ ਕਰੀਏ। ਸੁਸਾਇਟੀ ਹੀ ਸਭ ਕੁਝ ਕਰ ਸਕਦੀ, ਸੁਸਾਇਟੀ ਹੀ ਗਵਰਨਮੈਂਟ ਜੇ ਚੇਂਜ ਕਰ ਸਕਦੀ ਹੈ, ਤੇ ਗਵਰਨਮੈਂਟ ਨੂੰ ਸਹੀ ਰਾਹ ਵੀ ਆਪਾਂ ਹੀ ਲੈ ਕੇ ਆ ਸਕਦੇ ਹਾਂ। ਜਿਵੇਂ ਤੁਸੀਂ ਦੱਸਿਆ ਕਿ ਤੁਹਾਨੂੰ ਹਰ ਕੰਮ ਲਈ ਪ੍ਰੂਵ ਕਰਨਾ ਪੈਂਦਾ ਕਿ ਅਸੀਂ ਜੇ ਕੁੜੀਆਂ ਤਾਂ ਅਸੀਂ ਇਹ ਕਰ ਸਕਦੀਆਂ। ਦਿਲ ਦੁਖਦਾ ਹੈ ਕਿ ਜਦੋਂ ਬਾਰ-ਬਾਰ ਉਹ ਚੀਜ਼ਾਂ ਸਾਹਮਣੇ ਆਉਂਦੀਆਂ। ਹੁੰਦਾ, ਦੁੱਖ ਤਾਂ ਹੈ, ਮਤਲਬ ਵਾਰ-ਵਾਰ ਉਹੀ ਚੀਜ਼ਾਂ ਸਾਹਮਣੇ ਆਈ ਜਾਂਦੀਆਂ ਕਿ ਕੁੜੀਆਂ ਹੋ ਕੇ ਕਰ ਲੂੰਗੀਆਂ ਜਾਂ ਨਹੀਂ ਕਰੋਗੀਆਂ, ਕਿਵੇਂ ਕਰ ਲੂੰਗੀਆਂ। ਉਹ ਚੀਜ਼ਾਂ ਤਾਂ ਹੁੰਦਾ ਹੀ ਹੁੰਦਾ ਹੈ ਪਹਿਲਾਂ ਤੋਂ, ਕਿਉਂਕਿ ਪਹਿਲੇ ਦਿਨ ਤੋਂ ਹੀ ਇਹ ਚੀਜ਼ਾਂ ਫੇਸ ਕਰ ਰਹੇ ਆ, ਤੇ ਅੱਜ ਵੀ ਉਹੀ ਚੀਜ਼ਾਂ ਫੇਸ ਕਰ ਰਹੇ ਆ। ਲੋਕ ਹਜੇ ਵੀ ਪੜ੍ਹੇ ਲਿਖੇ ਹੋ ਕੇ ਨਹੀਂ ਸਮਝ ਰਹੇ ਹੈਗੇ। ਜਿਹੜੇ ਅਨਪੜ੍ਹ ਲੋਕ ਆ ਉਹ ਨਾ ਸਮਝਣ, ਆਪਾਂ ਫੇਰ ਵੀ ਸਮਝਦੇ ਆ ਕਿ ਉਹ ਬਾਹਰ ਨਹੀਂ ਨਿਕਲੇ ਹੈਗੇ, ਤਾਂ ਉਹਨਾਂ ਨੂੰ ਨਹੀਂ ਸਮਝ ਹੈਗੀ ਦੁਨੀਆਦਾਰੀ। ਜਿਨ੍ਹਾਂ ਨੇ ਦੁਨੀਆਦਾਰੀ ਦੇਖ ਕੇ ਵੀ ਉਹਨਾਂ ਦੀ ਹਜੇ ਸੋਚ ਉਹੀ ਆ, ਉਹਨਾਂ ਤੋਂ ਜ਼ਿਆਦਾ ਹੁੰਦਾ ਆ ਕਿ ਇਹ ਨਹੀਂ ਚੇਂਜ ਹੋ ਰਹੇ ਹੈਗੇ। ਤਾਂ ਆਪਣੇ ਪੇਰੈਂਟਸ ਹੈਗੇ, ਉਹ ਕਿਤੇ ਨਾ ਕਿਤੇ ਚਲੋ ਚੇਂਜ ਹੋ ਰਹੇ ਆ, ਉਹਨਾਂ ਨੂੰ ਸਮਝਾ ਰਹੇ ਆ, ਦਿਖਾ ਰਹੇ ਆ। ਪਰ ਪੜ੍ਹੇ ਲਿਖੇ ਹੋ ਕੇ ਬਾਹਰ ਜਦੋਂ ਸੁਸਾਇਟੀ 'ਚ ਕਿਸੇ ਲੋਕਾਂ ਨੂੰ ਮਿਲਦੇ ਆ ਜਿਹੜੇ ਪੜ੍ਹੇ ਲਿਖੇ ਹੈਗੇ ਆ, ਉਹ ਵੀ ਇਹ ਚੀਜ਼ਾਂ ਨਹੀਂ ਸਮਝਦੇ, ਉਦੋਂ ਜ਼ਿਆਦਾ ਦੁੱਖ ਹੁੰਦਾ। ਐਕਚੁਅਲੀ ਨਾ ਲੋਕਾਂ ਦੇ ਇਮੋਸ਼ਨਸ, ਫੀਲਿੰਗਸ ਖਤਮ ਹੋ ਕੇ ਨਾ ਬਿਜ਼ਨਸ ਮਾਈਂਡਡ ਬਣ ਚੁੱਕੇ ਆ। ਹਰ ਚੀਜ਼ ਨੂੰ ਬਿਜ਼ਨਸ ਦੇ ਅਕੋਰਡਿੰਗ ਮਤਲਬ ਉਹਦੇ ਅਕੋਰਡਿੰਗ ਸੋਚਦੇ ਆ। ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿ ਬਿਨਾਂ ਇਮੋਸ਼ਨਸ, ਫੀਲਿੰਗਸ ਤੋਂ ਤੁਸੀਂ ਸੁਸਾਇਟੀ 'ਚ ਰਹਿ ਵੀ ਨਹੀਂ ਸਕਦੇ। ਤੁਸੀਂ ਜਿਵੇਂ ਨਾ ਇੱਕ ਮੈਂ ਕਹਿੰਦੀ ਇੱਕ ਲਾਸ਼ ਬਣ ਕੇ ਘੁੰਮੋਗੇ ਸੁਸਾਇਟੀ 'ਚ। ਮਤਲਬ ਇਹਦਾ ਫਾਇਦਾ ਲੈ ਲਈਏ, ਇਹਦਾ ਫਾਇਦਾ ਲੈ ਲਈਏ, ਇਹ ਤੋਂ ਕੋਈ ਮੌਕਾ ਮਿਲ ਜੇ ਸਾਨੂੰ, ਕੁਛ 4 ਰੁਪਏ ਸਾਡੇ ਇੱਥੋਂ ਬਣ ਜਾਣ ਫਾਲਤੂ ਦੇ। ਮਤਲਬ ਪਤਾ ਨਹੀਂ ਇੱਕ ਦੂਜੇ ਦਾ ਕਿਉਂ ਫਾਇਦਾ ਚੱਕਣ ਤੇ ਬੈਠੇ ਆ ਨਾ। ਮੈਂ ਕਹਿੰਦੀ ਹਾਂ ਤੁਸੀਂ ਯਾਰ ਤਰੀਕੇ ਨਾਲ ਕਿਉਂ ਨਹੀਂ ਚੱਲਦੇ, ਤੇ ਸਾਰਿਆਂ ਦਾ ਭਲਾ ਹੋਊਗਾ, ਸਾਰਿਆਂ ਨੂੰ ਕੰਮ ਮਿਲੂਗਾ।
ਇਹਦਾ ਹੁਣ ਸੁਸਾਇਟੀ ਚੇਂਜ ਹੁੰਦੀ ਹੋਊਗੀ ਜੇ ਅਸੀਂ ਇਸ ਏਜ 'ਚ ਆ ਕੇ ਅਸੀਂ ਇਹ ਥੋਟਸ ਰੱਖਦੇ ਹਾਂ ਤਾਂ ਮੈਨੂੰ ਲੱਗਦਾ ਹੋਰ ਵੀ ਵਿੱਚ ਇਹੋ ਜਿਹੇ ਯੂਥ ਹੋਊਗੀ ਜਿਹੜੀ ਰੱਖਦੀ ਆ ਜੇ ਰੱਖਦੀ ਹੈ ਤਾਂ ਤੁਸੀਂ ਅੱਗੇ ਆਓ ਹੈ ਨਾ ਐਫਰਟਸ ਕਰੋ ਕੰਮ ਕਰੋ ਤੇ ਆਪਾਂ ਸਾਰਾ ਕੁਝ ਬਹੁਤ ਜਲਦੀ ਚੇਂਜ ਕਰ ਸਕਦੇ ਹਾਂ ਉਹੀ ਨਾ ਜਿਵੇਂ ਤੁਸੀਂ ਇਮੋਸ਼ਨਸ ਦੀ ਗੱਲ ਕੀਤੀ ਕਿ ਵੀ ਇਮੋਸ਼ਨਸ ਤੇ ਰੰਗਾਂ ਦਾ ਬਹੁਤ ਅਸਰ ਪੈਂਦਾ ਅੱਜ ਕੱਲ੍ਹ ਦੇਖਿਆ ਇਹ ਟ੍ਰੈਂਡ ਚੱਲ ਪਿਆ ਕਿ ਲੋਕੀ ਨਿਊਡ ਸ਼ੇਡ ਜਾਂ ਗ੍ਰੇ ਬਲੈਕ ਐਂਡ ਵਾਈਟ ਇਹ ਚੀਜ਼ਾਂ ਨੂੰ ਜ਼ਿਆਦਾ ਪ੍ਰੈਫਰ ਕਰਦੇ ਜਦੋਂ ਘਰਾਂ ਨੂੰ ਰੰਗ ਕਰਾਉਂਦੇ ਫਿਰ ਉਹਨਾਂ ਦੇ ਐਟੀਟਿਊਡ ਵੀ ਉੱਦਾਂ ਦੇ ਹੀ ਹੁੰਦੇ ਨੇ ਹਾਂਜੀ ਕਲਰਸ ਨਾਲ ਜਦੋਂ ਤੁਸੀਂ ਕਹਿੰਦੇ ਨਾ ਜਿਹੜੇ ਕਲਰਸ ਨੂੰ ਦੇਖਦੇ ਹੋ ਜਿਹੜੀ ਡਰੈਸਿੰਗ ਤੁਸੀਂ ਲੈਂਦੇ ਹੋ ਹੁਣ ਜਿਵੇਂ ਜਿਹੜੇ ਕਹਿੰਦੇ ਬਲੈਕ ਕਲਰ ਵਾਈਟ ਕਲਰ ਇਸ ਹਰ ਕਲਰ ਦਾ ਨਾ ਉਹਦੇ ਮਾਈਂਡ ਤੇ ਬਹੁਤ ਇਫੈਕਟ ਪੈਂਦਾ ਤੇ ਜਿਹੜੇ ਕਲਰ ਹਾਰਡ ਕਲਰਸ ਕਹਿ ਦਿੰਦੇ ਨਾ ਆਪਾਂ ਨੂੰ ਹਰ ਕਲਰ 'ਚ ਫੀਲਿੰਗਸ ਆ ਤੇ ਆਬਵੀਅਸ ਜਦੋਂ ਆਪਾਂ ਕਿਸੇ ਨੂੰ ਪਸੰਦ ਕਰਦੇ ਆ ਨਾ ਬ੍ਰਾਈਟ ਰੋਜ਼ ਜਾਂ ਵਾਈਟ ਰੋਜ਼ ਦਿੰਦੇ ਆ ਨਾ ਤੇ ਹਰ ਇੱਕ ਇਮੋਸ਼ਨਸ ਨੂੰ ਆਪਾਂ ਦਿਖਾਉਣ ਲਈ ਆਪਾਂ ਉਹ ਜਿਹਾ ਕਲਰ ਯੂਜ਼ ਕਰਦੇ ਹਾਂ ਹੁਣ ਘਰਾਂ 'ਚ ਅੱਜ ਕੱਲ੍ਹ ਕਲਾਸੀ ਲੁੱਕ ਦੇਣ ਲਈ ਬਹੁਤ ਜ਼ਿਆਦਾ ਗ੍ਰੇ ਬਲੈਕ ਯੂਜ਼ ਕੀਤਾ ਜਾਂਦਾ ਨਾ ਉਸ ਤਰ੍ਹਾਂ ਦਾ ਮਾਹੌਲ ਕ੍ਰੀਏਟ ਕਰਨ ਲਈ ਤੇ ਉੱਥੇ ਬਹੁਤ ਹਾਰਡਨੈਸ ਆ ਜਾਂਦੀ ਹੈ ਨੇਚਰ 'ਚ ਵੀ ਆ ਜਾਂਦੀ ਆ ਤੇ ਤੁਹਾਡੀ ਨਾ ਮਤਲਬ ਉਹ ਚੀਜ਼ ਸ਼ੋ ਤੁਸੀਂ ਨਾ ਵੀ ਚਾਹੋਗੇ ਤੁਹਾਡੇ ਐਟੀਟਿਊਡ ਉਹੋ ਜਿਹਾ ਆਊਗਾ ਹੀ ਆਊਗਾ ਜੇ ਤੁਸੀਂ ਬਹੁਤ ਹੀ ਬ੍ਰਾਈਟ ਕਲਰਸ ਯੂਜ਼ ਕਰੋਗੇ ਨਾ ਬਹੁਤ ਸੋਹਣੇ ਕੂਲ ਕਲਰਸ ਯੂਜ਼ ਕਰੋਗੇ ਤੁਹਾਡਾ ਨੇਚਰ ਵੀ ਉਹੋ ਜਿਹਾ ਬਣੂਗਾ ਹੁਣ ਕੁਦਰਤ ਆ ਕੁਦਰਤ 'ਚ ਹਰ ਕਲਰ ਆ ਜੇ ਰੱਬ ਨੇ ਵੀ ਬਲੈਕ ਅਤੇ ਵਾਈਟ ਹੀ ਯੂਜ਼ ਕਰਨਾ ਸੀਗਾ ਹੈ ਨਾ ਉਹ ਵੀ ਕਰ ਦਿੱਤੇ ਦੁਨੀਆ ਕਿਹੋ ਜਿਹੀ ਲੱਗਣੀ ਸੀਗੀ ਕੁਦਰਤ ਨੇ ਇਹੋ ਜਿਹੇ ਰੰਗ ਕਿਉਂ ਚੂਜ਼ ਕੀਤੇ ਕਿ ਹਰ ਤਰ੍ਹਾਂ ਦੇ ਇਮੋਸ਼ਨਸ ਸਾਡੇ 'ਚ ਵੀ ਆ ਤੇ ਮਤਲਬ ਸਾਡੇ ਲੋਕਾਂ 'ਚ ਵੀ ਉਹ ਇਮੋਸ਼ਨਸ ਆਉਣ ਤਾਂ ਹੀ ਤਾਂ ਉਹਨਾਂ ਨੇ ਕਲਰ ਯੂਜ਼ ਕੀਤੇ ਬਟ ਨਹੀਂ ਜੀ ਅਸੀਂ ਤਾਂ ਡਿਫਰੈਂਟ ਚੱਲਣਾ ਯੂਨੀਵਰਸ ਤੋਂ ਅੱਡ ਹੋ ਕੇ ਚੱਲਣਾ ਤਾਂ ਹੀ ਤਾਂ ਸਾਡਾ ਇਹ ਹਾਲ ਹੋ ਰਿਹਾ ਉੱਦਾਂ ਦੇ ਰਫ ਟਫ ਆਪਾਂ ਬਣੀ ਜਾਂਦੇ ਆ ਇੰਸਪੀਰੇਸ਼ਨ ਕੀ ਸੀ ਕੰਮ ਦੇ ਸ਼ੁਰੂਆਤ ਦੀ ਇੰਸਪੀਰੇਸ਼ਨਸ ਐਕਚੁਅਲੀ ਮਿਹਨਤ ਕਰਨ ਦੀ ਇੰਸਪੀਰੇਸ਼ਨ ਤਾਂ ਤੁਹਾਨੂੰ ਜਿੱਥੋਂ ਤੁਸੀਂ ਜਨਮੇ ਹੋ ਨਾ ਉੱਥੋਂ ਹੀ ਹੁੰਦੀ ਆ ਹੈ ਨਾ ਮਿਹਨਤ ਕਰਨੀ ਫੈਮਿਲੀ 'ਚੋਂ ਸਿੱਖੀ ਆ ਆਪਦੇ ਪੇਰੈਂਟਸ ਤੋਂ ਸਿੱਖੀ ਆ ਤੇ ਆਰਟ ਨੂੰ ਇਹ ਆਰਟ ਜਿਹੜਾ ਸੀਗਾ ਇਹ ਰੱਬ ਵੱਲੋਂ ਹੀ ਆਇਆ ਸਾਡੇ 'ਚ ਤੇ ਇਹ ਟੈਕਨੀਕਸ ਡਿਫਰੈਂਟਸ ਹੋ ਸਕਦੀਆਂ ਜਿਵੇਂ ਮੇਰੇ ਡੈਡੀ ਆ ਜਿਵੇਂ ਉਹ ਸਾਡਾ ਮਸ਼ੀਨਾਂ ਦਾ ਕੰਮ ਹੈ ਨਾ ਸਿਲਾਈ ਮਸ਼ੀਨਾਂ ਦਾ ਤੇ ਉਹ ਸੇਲ ਵੀ ਕਰਦੇ ਤੇ ਠੀਕ ਵੀ ਕਰਦੇ ਆ ਉਹ ਵੀ ਇੱਕ ਆਰਟ ਹੈ ਨਾ ਆਰਟ ਹਰ ਤਰ੍ਹਾਂ ਦਾ ਆਰਟ ਹੁੰਦਾ ਨਾ ਤੇ ਉੱਥੋਂ ਚਲੋ ਉਹ ਆਰਟ ਦਾ ਕੁਝ ਡਿਫਰੈਂਟ ਤਰੀਕੇ ਨਾਲ ਮੇਰੇ 'ਚ ਆ ਗਿਆ ਉਹ ਪੇਂਟਿੰਗ 'ਚ ਆ ਗਿਆ ਨਾ ਤੇ ਮਿਹਨਤ ਕਰਨਾ ਉੱਥੋਂ ਸਿੱਖਿਆ ਤੇ ਹੁਣ ਉਹ ਆਰਟ ਮਤਲਬ ਕਿ ਇੰਸਪੀਰੇਸ਼ਨ ਇਹ ਆਏ ਹੋਏ ਕਿ ਜਿਵੇਂ ਜਿਵੇਂ ਅਸੀਂ ਕੰਮ ਕਰਦੇ ਗਏ ਮਿਹਨਤ ਕਰਦੇ ਗਏ ਸਕੂਲ 'ਚ ਕੰਮ ਕਰਨਾ ਸਕੂਲ ਤੋਂ ਹੌਲੀ ਹੌਲੀ ਆਪਣੇ ਵੱਡੇ ਲੈਵਲ 'ਤੇ ਜਿਵੇਂ ਡਿਗਰੀ ਲਈ ਉੱਥੇ ਕੰਮ ਕਰਨਾ ਉੱਥੋਂ ਬਾਅਦ ਆਏਗੇ ਨਾਲ ਦੇ ਨੂੰ ਕੰਮ ਕਰਨਾ ਤਾਂ ਇਹ ਸੀਗਾ ਯਾਰ ਬਹੁਤ ਸੋਹਣੀ ਚੀਜ਼ ਹੈ ਇਹਦੇ ਮੈਂ ਐਕਚੁਅਲੀ ਨਾ ਮੈਂ ਜਦੋਂ ਕੰਮ ਕਰਦੀ ਹਾਂ ਨਾ ਤੇ ਮੈਨੂੰ ਪਤਾ ਹੀ ਨਹੀਂ ਲੱਗਦਾ ਮੇਰੇ ਕਿੰਨੇ ਘੰਟੇ ਨਿਕਲ ਗਏ ਤੇ ਮੈਨੂੰ ਚੰਗਾ ਮਾੜਾ ਪੋਜ਼ਿਟਿਵ ਨੈਗੇਟਿਵ ਕੁਛ ਆਲੇ ਦੁਆਲੇ ਮੇਰਾ ਸਭ ਕੁਝ ਖਤਮ ਹੋ ਜਾਂਦਾ ਮੈਂ ਇੱਕ ਸਿਰਫ ਆਰਟ ਕਰਦੀ ਰਹਿੰਦੀ ਤੇ ਮੈਂ ਇੰਨੀ ਸ਼ਾਂਤ ਹੋ ਜਾਂਦੀ ਹਾਂ ਮੈਨੂੰ ਐਂ ਲੱਗਦਾ ਕਿ ਹਾਂ ਬਸ ਹੁਣ ਠੀਕ ਆ ਮਤਲਬ ਮੈਂ ਆਪਦੇ ਆਪ ਨੂੰ ਜੇ ਮੈਂ ਨੋਰਮਲ ਕਰਨਾ ਨਾ ਪ੍ਰੋਬਲਮਸ ਤੋਂ ਨਿਕਲਣਾ ਤੇ ਮੈਂ ਆਰਟ ਕਰਦੀ ਹਾਂ ਇਹਦੇ ਕਰਕੇ ਮੈਂ ਇਸ ਚੀਜ਼ ਨੂੰ ਹੋਰ ਫੋਲੋ ਕੀਤਾ ਇਹ ਸਾਡੇ ਦੋਨਾਂ ਦਾ ਇਹੀ ਸੀਗਾ ਕਿ ਅਸੀਂ ਦੋਨਾਂ ਦਾ ਤਾਂ ਹੀ ਆਪਸ 'ਚ ਸਾਡਾ ਉਹ ਲਿੰਕ ਸੋਹਣਾ ਬਣ ਗਿਆ ਕਿ ਸਾਡੀ ਇਹ ਚੀਜ਼ ਮੈਚ ਕਰ ਗਈ ਕਿ ਅਸੀਂ ਦੋਨਾਂ ਨੇ ਇਸ ਫੀਲਡ 'ਚ ਜਾਣਾ ਜੇ ਇਹ ਕਹਿੰਦੀ ਕਿ ਨਹੀਂ ਦੀ ਮੈਂ ਜੌਬ ਕਰਨੀ ਹੈ ਮੈਂ ਕਿਹਾ ਨਹੀਂ ਯਾਰ ਮੈਂ ਤਾਂ ਫ੍ਰੀਲਾਂਸ ਕਰਨਾ ਤਾਂ ਅਸੀਂ ਇੱਕ ਹੋਣਾ ਹੀ ਨਹੀਂ ਸੀਗਾ ਦੋਨਾਂ ਦੇ ਥੋਟਸ ਮੈਚ ਕਰ ਗਏ ਦੋਨਾਂ ਨੂੰ ਆਰਟ ਨੂੰ ਜਿਹੜਾ ਲੈ ਕੇ ਪੈਸ਼ਨ ਸੀਗਾ ਦੋਨਾਂ ਦਾ ਉਹ ਮੈਚ ਕਰ ਗਿਆ ਸੋ ਇੱਕ ਚੀਜ਼ ਹੋਰ ਹੈ ਮੈਂ ਤੁਹਾਨੂੰ ਦੱਸਣਾ ਚਾਹੂੰਗੀ ਲੋਕ ਜਿਹੜੇ ਬਣਾਉਂਦੇ ਆ ਧਾਰਨਾ ਕਿ ਕੁੜੀਆਂ ਤਾਂ ਕਦੇ ਦੋ ਕੁੜੀਆਂ ਤਾਂ ਕਦੇ ਇੱਕ ਹੋ ਕੇ ਕੰਮ ਨਹੀਂ ਕਰ ਸਕਦੀਆਂ ਜੀ ਤੇ ਉਹ ਅਸੀਂ ਤੋੜਤੀ ਅਸੀਂ ਬਿਲੀਵ ਕਰਦੇ ਅਸੀਂ ਤੋੜਤੀ ਵੀ ਇਹ ਮੰਨਿਆ ਜਾਂਦਾ ਕੁੜੀਆਂ ਇੱਕ ਦੂਜੇ ਤੋਂ ਸੜਦੀਆਂ ਨੇ ਜੀ ਨਾ ਇਹ ਕਦੇ ਦੋਸਤ ਰਹਿ ਨਹੀਂ ਸਕਦੀਆਂ ਕੁੜੀਆਂ ਇੱਕ ਦੋਸਤ ਵੀ ਨਹੀਂ ਰਹਿ ਸਕਦੀ ਤੇ ਕੰਮ ਤਾਂ ਕਦੇ ਕਰ ਹੀ ਨਹੀਂ ਸਕਦੀਆਂ ਹਾਂ ਰਲ ਮਿਲ ਕੇ ਅਸੀਂ ਕੰਮ ਵੀ ਕਰਦੇ ਆ ਤੇ ਅਸੀਂ ਬਹੁਤ ਚੰਗੇ ਦੋਸਤ ਵੀ ਹੈਗੇ ਆ ਸਾਡਾ ਭੈਣਾਂ ਵਰਗਾ ਵੀ ਰਿਸ਼ਤਾ ਹੈਗਾ ਠੀਕ ਆ ਤੇ ਅਸੀਂ ਇਸ ਚੀਜ਼ ਨੂੰ ਤਾਂ ਤੋੜਤਾ ਹੁਣ ਲੋਕਾਂ ਦੇ ਦਿਮਾਗ 'ਚ ਜਿਹੜਾ ਇਹ ਗੱਲ ਸੀ ਨਾ ਚਾਹੇ ਇੱਕ ਨਹੀਂ ਤੋੜੀ ਆ ਪਰ ਅਸੀਂ ਤੋੜਤੀ ਸਟਾਰਟਿੰਗ ਤਾਂ ਹੋਈ ਚੇਂਜ ਕਰਦੀ ਆ ਅਸੀਂ ਦੋਨੋਂ ਵਧੀਆ ਕੰਮ ਕਰ ਰਹੇ ਆ ਤੇ ਇਹ ਜਿਹੜੀ ਬੇਵਕੂਫੀ ਸੀ ਲੋਕਾਂ ਦੀ ਖਤਮ ਹੋ ਚੁੱਕੀ ਆ ਸਾਡੇ ਵੱਲੋਂ ਤਾਂ ਹੋ ਚੁੱਕੀ ਹੁਣ ਲੋਕਾਂ ਦੇ ਦਿਮਾਗ 'ਚ ਜੇ ਭਰੀ ਰਵੇ ਤਾਂ ਰਵੇ ਉਹਦਾ ਅਸੀਂ ਕੁਝ ਨਹੀਂ ਕਰ ਸਕਦੇ ਇੱਕ ਚੀਜ਼ ਹੋਰ ਤੁਸੀਂ ਹੈ ਨਾ ਮਤਲਬ ਧੁੱਪਾਂ ਵਿੱਚ ਵੀ ਕੰਮ ਕਰਦੇ ਠੰਡ ਗਰਮੀ ਕੁਝ ਨਹੀਂ ਮਤਲਬ ਕੁੜੀਆਂ ਕੌਨਸ਼ੀਅਸ ਬਹੁਤ ਹੁੰਦੀਆਂ ਆਪਣੀ ਖੂਬਸੂਰਤੀ ਨੂੰ ਲੈ ਕੇ ਕਿ ਮੇਰੇ ਟੈਨਿੰਗ ਹੋ ਜਾਊਗੀ ਜਾਂ ਮੇਰਾ ਰੰਗ ਕਾਲਾ ਹੋ ਜਾਊਗਾ ਸਕਿਨ ਖਰਾਬ ਹੋ ਜਾਊਗੀ ਤੁਹਾਡੇ ਮਨ 'ਚ ਨਹੀਂ ਹੁੰਦਾ ਇਹ ਖਿਆਲ ਨਹੀਂ ਜੀ ਨਹੀਂ ਆਏ ਦੇਖੋ ਸਟਾਰਟਿੰਗ 'ਚ ਤਾਂ ਦੇਖੋ ਨਾ ਜਿਵੇਂ ਨਵਾਂ ਸੀਗਾ ਤੇ ਇਹੋ ਜਿਹਾ ਹਾਲ ਹੋ ਗਿਆ ਸੀਗਾ ਦੋਨਾਂ ਦਾ ਕਿ ਸਾਨੂੰ ਆਪਦੀ ਸ਼ਕਲ ਹੀ ਨਹੀਂ ਪਛਾਣ ਆਉਂਦੀ ਸੀ ਕਿ ਇੰਨੀ ਚੇਂਜ ਹੋ ਗਈ ਫੈਮਿਲੀ ਕੋਲ ਜਦੋਂ ਗਏ ਮਹੀਨਾ ਡੇਢ ਮਹੀਨਾ ਅਸੀਂ ਪਿੰਡ 'ਚ ਕੰਮ ਕੀਤਾ ਸੀਗਾ ਤੇ ਬਹੁਤ ਜ਼ਿਆਦਾ ਗਰਮੀ ਸੀਗੀ ਤੇ ਇੰਨੀ ਕਿ ਜ਼ਿਆਦਾ ਚੇਂਜ ਫਿਜ਼ੀਕਲੀ ਵੀ ਵੀਕ ਹੋ ਗਏ ਸੀਗੇ ਸਕਿਨ ਵਾਈਜ਼ ਟੋਨ ਬਹੁਤ ਡਾਰਕ ਹੋ ਗਈ ਸੀਗੀ ਤੇ ਜਦੋਂ ਘਰੇ ਗਏ ਤੇ ਇਹਨਾਂ ਨੇ ਕਹਿਣਾ ਤੁਸੀਂ ਉਹੀ ਹੋ ਮੈਂ ਕਿਹਾ ਹਾਂਜੀ ਅਸੀਂ ਉਹੀ ਕਹਿੰਦੇ ਨਹੀਂ ਕਰਨਾ ਕੰਮ ਕਹਿੰਦੇ ਆ ਕੀ ਹਾਲ ਕਰ ਲਿਆ ਉਹਨੂੰ ਤਾਂ ਡਰ ਹੋ ਗਿਆ ਵੀ ਤਾਂ
ਹਾਂ ਮਤਲਬ ਅੱਗੇ ਕਿਵੇਂ ਹੋਊਗਾ ਨਾ ਸਭ ਕੁਝ, ਤੇ ਉਹ ਬਹੁਤ ਅੱਗੇ ਚਲੇ ਜਾਂਦੇ ਆ ਸੋਚ ਉਹਨਾਂ ਦੀ, ਵਿਆਹ ਵੀ ਕਰਨੇ ਆ ਕੱਲ ਨੂੰ, ਵਿਆਹ ਵੀ ਕਰਨਾ। ਤੇ ਬਹੁਤ ਸਾਡੀ ਹਜੇ ਵੀ ਅਸੀਂ ਨਾ ਆਈ ਨਹੀਂ ਹੈਗਾ ਕਿ ਸਾਡੀ ਜਿਹੜੀ ਸਕਿਨ ਆ ਹਜੇ ਵੀ ਉਹ ਪ੍ਰੋਬਲਮ ਫੇਸ ਕਰ ਰਹੀ ਹੈ, ਬਟ ਅਸੀਂ ਰਿਕਵਰ ਕਰ ਲੈਂਦੇ ਆ। ਜੇ ਇਹੀ ਸੋਚਦੇ ਰਹੇਗੇ ਨਾ ਕੁਝ ਨਹੀਂ ਕਰ ਸਕਦੇ। ਦੇਖੋ ਟਾਈਮ ਨਾਲ ਜੇ ਤੁਹਾਡਾ ਸਭ ਕੁਝ ਹੌਲੀ ਹੌਲੀ ਇਹ ਤਾਂ ਫਿਜ਼ੀਕਲ ਤੁਸੀਂ ਚੇਂਜ ਹੋ ਜਾਓਗੇ, ਸੈੱਟ ਵੀ ਕਰ ਲਓਗੇ ਹੈ ਨਾ, ਪਰ ਤੁਸੀਂ ਇਹੀ ਸੋਚ ਕੇ ਜੇ ਰੁਕ ਗਏ ਨਾ ਫਿਰ ਤੁਸੀਂ ਕੁਝ ਵੀ ਨਹੀਂ ਕਰ ਸਕਦੇ। ਸਾਨੂੰ ਬਹੁਤ ਪ੍ਰੋਬਲਮਸ ਆਈਆਂ ਤੇ ਬਹੁਤ ਗਰਮੀ 'ਚ ਵੀ ਕੰਮ ਕੀਤਾ, ਬਹੁਤ ਬੁਰੀ ਹਾਲਤ ਹੋ ਜਾਂਦੀ ਸੀਗੀ, ਅਸੀਂ ਬਿਮਾਰ ਵੀ ਹੋ ਜਾਂਦੇ ਸੀਗੇ, ਅਸੀਂ ਬਹੁਤ ਪ੍ਰੋਬਲਮ ਫੇਸ ਕੀਤੀਆਂ, ਬਟ ਠੀਕ ਆ। ਜੇ ਇਹੀ ਸੋਚ ਕੇ ਰੁਕਣਾ ਹੁੰਦਾ ਨਾ ਬਹੁਤ ਟਾਈਮ ਪਹਿਲਾਂ ਹੀ ਰੁਕ ਜਾਂਦੇ। ਜਦੋਂ ਸ਼ੁਰੂ ਕੀਤਾ ਸੀਗਾ ਕੋਈ ਸ਼ੁਰੂਆਤ 'ਚ ਬਹੁਤ ਪ੍ਰੋਬਲਮਸ ਦੇਖੀਆਂ ਸੀਗੀਆਂ। ਐਕਚੁਅਲੀ ਅਸੀਂ ਸਕੂਟੀ ਤੇ ਜਾਣਾ, ਜਿੱਥੇ ਵੀ ਜਾਣਾ ਸਕੂਟੀ ਤੇ ਜਾਣਾ, ਕਿਉਂਕਿ ਇੰਨਾ ਕਈ ਵਾਰੀ ਅਫੋਰਡ ਵੀ ਨਹੀਂ ਕਰ ਸਕਦੇ ਹੁੰਦੇ ਸੀਗੇ ਜਾਂ ਫਿਰ ਕੰਫਰਟੇਬਲ ਨਹੀਂ ਹੁੰਦੇ ਸੀਗੇ। ਐਂ ਹੁੰਦਾ ਸੀਗਾ ਕਿਉਂਕਿ ਦੇਖੋ ਤੁਸੀਂ ਜਦੋਂ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ 'ਚ ਆਉਣਾ ਤਾਂ ਜਾਓਗੇ ਬੱਸ ਦੇ ਥਰੂ ਆ ਜਾਓਗੇ, ਕਿਸੇ ਹੋਰ ਵਹੀਕਲ ਦੇ ਥਰੂ ਆ ਜਾਓਗੇ, ਬਟ ਤੁਸੀਂ ਉੱਥੇ ਆ ਕੇ ਜੇ ਤੁਸੀਂ ਅੱਗੇ ਕਿਤੇ ਸਰਵਾਈਵ ਕਰਨਾ, ਉੱਥੇ ਰਹਿਣਾ, ਕੰਮ ਲਈ ਜਾਣਾ, ਤਾਂ ਤੁਸੀਂ ਕਿਵੇਂ ਜਾਓਗੇ? ਸੋ ਸਾਨੂੰ ਸਕੂਟੀ ਲੈ ਕੇ ਆਉਣੀ ਪੈਂਦੀ ਸੀ, ਕਿਸੇ 300 ਕਿਲੋਮੀਟਰ ਸਕੂਟੀਆਂ ਤੇ ਜਾਣਾ, ਸਕੂਟੀ ਤੇ ਆਉਣਾ। ਹੁਣ ਇੱਥੇ ਵੀ ਮੁੰਡੇ ਕੁੜੀਆਂ ਦਾ ਹਿਸਾਬ ਆ ਜਾਂਦਾ ਨਾ ਵੀ ਕੁੜੀਆਂ ਇੰਨਾ ਸਫ਼ਰ ਸਕੂਟੀ ਤੇ ਕਰਕੇ ਕਿਵੇਂ ਆਉਣਗੀਆਂ, ਵੀ ਅਸੀਂ ਕਰ ਲਿਆ, ਸਭ ਕੁਝ ਹੋ ਜਾਂਦਾ। ਇੱਥੋਂ ਸਟਰੋਂਗ ਹੋਣਾ ਚਾਹੀਦਾ ਬੰਦਾ, ਸਭ ਕੁਝ ਹੋ ਜਾਂਦਾ। ਡਾਕਟਰ ਤੋਂ ਨਾਲ ਟ੍ਰੀਟਮੈਂਟ ਵੀ ਲੈਂਦੇ ਰਹਿੰਦੇ ਕੰਮ ਕਰਦੇ ਟਾਈਮ ਵੀ, ਕਿਉਂਕਿ ਮੁਸ਼ਕਿਲ ਹੋ ਜਾਂਦੀ ਆ, ਪੇਨ ਹੋਣ ਲੱਗ ਜਾਂਦੀ ਆ ਬੋਡੀ 'ਚ, ਤੇ ਨਾਲ ਟ੍ਰੀਟਮੈਂਟ ਵੀ ਲੈਣਾ ਪੈਂਦਾ ਸਾਨੂੰ। ਕੁੜੀਆਂ ਨਹੀਂ ਹੁੰਦੀਆਂ ਉਹ ਪੇਨ, ਮੁੰਡਿਆਂ ਨੂੰ ਵੀ ਹੁੰਦੀ ਆ, ਵੀ ਸਾਰਿਆਂ ਨੂੰ ਵੀ ਹੁੰਦੀ ਆ, ਫਿਜ਼ੀਕਲੀ ਸਾਰੇ ਇੱਕੋ ਜਿਹੇ ਆ, ਸਾਰਿਆਂ ਨੂੰ ਉਹੀ ਪੇਨ ਵੇਨ ਸਭ ਕੁਝ ਹੁੰਦਾ। ਨਾਲ ਦੇ ਨਾਲ ਟ੍ਰੀਟਮੈਂਟ ਲਓ, ਸਭ ਕੁਝ ਪੋਸੀਬਲ। ਐਕਚੁਅਲੀ ਨਾ ਰੱਬ ਨੇ ਕੁੜੀਆਂ ਨੂੰ ਫਿਜ਼ੀਕਲੀ ਮੁੰਡਿਆਂ ਨਾਲੋਂ ਜ਼ਿਆਦਾ ਸਟਰੋਂਗ ਬਣਾਇਆ। ਇਹ ਪਤਾ ਨਹੀਂ, ਇੰਟਰਨਲੀ ਅਸੀਂ ਬਹੁਤ ਸਟਰੋਂਗ ਆ ਚੀਜ਼ਾਂ ਨੂੰ ਲੈ ਕੇ, ਇਮੋਸ਼ਨਲੀ ਬਹੁਤ ਸਟਰੋਂਗ ਆ ਉਹਨਾਂ ਚੀਜ਼ਾਂ ਨੂੰ ਲੈ ਕੇ। ਇਹ ਪਤਾ ਨਹੀਂ ਕਿਹੇ ਬੇਵਕੂਫ ਲੋਕਾਂ ਨੇ ਜਿਹੜੀ ਧਾਰਨਾ ਬਣਾਈਆਂ ਸੀ, ਮੈਂ ਬੇਵਕੂਫ ਹੀ ਕਹੂੰਗੀ ਉਹਨਾਂ ਨੂੰ, ਤੇ ਪਲੀਜ਼ ਚੇਂਜ ਕਰੋ ਸੋਸਾਇਟੀ ਨੂੰ, ਉਸ ਚੀਜ਼ 'ਚ ਹੋਰ ਨਾ ਵਾੜੋ, ਉਹਨੂੰ ਬਾਹਰ ਕੱਢੋ। ਅੱਛਾ, ਤੇ ਜਦੋਂ ਤੁਸੀਂ ਮਤਲਬ ਇਹ ਠਾਣ ਲਈ ਕਿ ਹੁਣ ਇਹ ਕੰਮ ਸ਼ੁਰੂ ਕਰਨਾ ਹੈ ਅਸੀਂ, ਤੇ ਘਰਦਿਆਂ ਨੇ ਆ ਨਹੀਂ ਕਿਹਾ ਕਿ ਵਿਆਹ ਕਰ ਦਈਏ, ਸਾਡਾ ਵੀ ਖਹਿੜਾ ਛੁੱਟੂਗਾ, ਇਹਨਾਂ ਨੂੰ ਇਹਨਾਂ ਦਾ ਦਿਮਾਗ ਖਾ ਲਿਆ ਇਹ ਚੀਜ਼ਾਂ ਕਹਿ? ਖਹਿੜਾ ਇਹੋ ਜਿਹਾ ਅਸੀਂ ਫੜਾ ਤਾਂ ਉਹਨਾਂ ਨੂੰ ਹੁਣ ਨਹੀਂ ਛਡਾ ਸਕਦੇ। ਇੱਕ ਉਮਰ ਸੀਗੀ ਜੇ ਅਸੀਂ ਉਸ ਟਾਈਮ ਵੀਕ ਪੈ ਜਾਂਦੇ ਨਾ ਦੋਨੋਂ ਹੀ, ਵੀ ਨਹੀਂ ਹੁਣ ਵਿਆਹ ਦੀ ਉਮਰ ਹੋ ਗਈ, ਤੇ ਘਰਦਿਆਂ ਦੇ ਕਿਉਂਕਿ ਦੇਖੋ ਉਹ ਵੀ ਉਹਨਾਂ ਦੇ ਵਿਚਾਰਿਆਂ ਦੇ ਉਸੇ ਉਮਰ 'ਚ ਵਿਆਹ ਹੋਏ ਸੀਗੇ, 18 ਸਾਲ ਦੀ ਉਮਰ 'ਚ ਉਹਨਾਂ ਦਾ ਵਿਆਹ ਹੋ ਗਿਆ ਸੀਗਾ, ਤੇ ਉਹਨਾਂ ਨੂੰ ਆਏ ਸੀਗਾ ਕਿ ਚਲੋ ਵੱਧ ਤੋਂ ਵੱਧ 21-22 ਹੈ ਨਾ, ਬਈ ਹੁਣ ਤਾਂ ਕਰਨਾ ਹੀ ਪੈਣਾ। ਉਹ ਵੀ ਆਪਦੀ ਜਗ੍ਹਾ ਠੀਕ ਸੀਗੇ, ਹੁਣ ਇਹੋ ਜਿਹੀ ਸੁਸਾਇਟੀ 'ਚ ਰਹਿ ਰਹੇ ਆ, ਨਹੀਂ ਉਹ ਚੇਂਜ ਹੋ ਪਾ ਰਿਹਾ ਜੋ ਵੀ ਆ, ਬਟ ਅਸੀਂ ਉੱਥੇ ਉਸ ਚੀਜ਼ ਨੂੰ ਫੜ ਕੇ ਰੱਖਿਆ ਕਿ ਨਹੀਂ ਇਹਨਾਂ ਨੂੰ ਆਪਾਂ ਸਮਝਾਉਣਾ। ਜੇ ਆਪਾਂ ਨਾ ਦੱਬ ਕੇ ਸੁਸਾਇਟੀ ਨਾਲ, ਪੇਰੈਂਟਸ ਨੂੰ ਵੀ ਕੌਣ ਦਬਾਉਂਦਾ, ਸੁਸਾਇਟੀ ਵੀ ਦਬਾਉਂਦੀ ਆ ਨਾ, ਉਹ ਵਿਚਾਰੇ ਉਹਨਾਂ ਦੇ ਵਿੱਚ ਹੀ ਰਹਿ ਰਿਹਾ, ਉਹ ਵੀ ਮਜਬੂਰ ਆ, ਤੇ ਅਸੀਂ ਉਹ ਚੀਜ਼ ਨੂੰ ਕਿ ਨਹੀਂ ਆਪਾਂ ਉਹ ਚੀਜ਼ ਨਹੀਂ ਕਰਨ ਦੇਣੀ। ਤੇ ਅਸੀਂ ਐਕਚੁਅਲੀ ਅਸੀਂ ਦੋਨੋਂ ਇੱਕ ਦੂਜੇ ਦੇ ਬਹੁਤ ਵੱਡੇ ਸਪੋਰਟਰ ਆ, ਬਹੁਤ ਵੱਡੇ। ਜੇ ਕਿਤੇ ਮੈਂ ਵੀਕ ਪੈ ਜਾਂਦੀ ਆ ਤੇ ਇਹ ਮੈਨੂੰ ਸਪੋਰਟ ਕਰਦੀ, ਤੇ ਇੱਕ ਵੀਕ ਪੈਂਦੀ ਆ ਮੈਂ ਸਪੋਰਟ ਕਰਦੀ ਆ। ਇਹ ਨਾ ਕੁੜੀਆਂ 'ਚ ਬਹੁਤ ਘੱਟ ਹੁੰਦੀ ਹੈ ਚੀਜ਼ਾਂ। ਮੈਂ ਕਹਿੰਦੀ ਹਾਂ ਕੁੜੀਆਂ ਹੀ ਕੁੜੀਆਂ ਨੂੰ ਨਾ ਐਕਚੁਅਲੀ ਖਰਾਬ ਕਰ ਰਹੀਆਂ ਨੇ। ਤੁਸੀਂ ਔਰ ਜਦੋਂ ਨਾ ਕਈ ਵਾਰੀ ਨਾ ਵੀ ਜਿਸ ਦੋ ਗਰੁੱਪ 'ਚ ਜਿਵੇਂ ਅਸੀਂ ਦੋ ਹੀ ਹੈ ਨਾ, ਤੇ ਜੇ ਕੋਈ ਹੋਰ ਹੋਊਗਾ ਉਹਨੂੰ ਆਏਗਾ ਮੈਂ ਅੱਗੇ ਵਧਾ, ਉਹਨੂੰ ਹੋਊਗੀ ਨਹੀਂ ਮੈਂ ਅੱਗੇ ਵਧਾ, ਅਸੀਂ ਤੂੰ ਅੱਗੇ ਵਧ, ਇਹ ਕਹਿੰਦੇ ਨਹੀਂ ਤੁਸੀਂ ਅੱਗੇ ਵਧੋ। ਹਾਂ, ਇਕੱਠੇ ਵੀ ਤਾਂ ਆਪਾਂ ਅੱਗੇ ਵਧ ਹੀ ਸਕਦੇ ਹਾਂ। ਅਸੀਂ ਇੱਕ ਦੂਜੇ ਨੂੰ ਇੰਨਾ ਫੋਰਸ ਕਰਦੇ ਕਿ ਤੂੰ ਅੱਗੇ ਵਧੇਂਗੀ, ਤੁਸੀਂ ਅੱਗੇ ਵਧੋ। ਸਾਡੇ ਦੋਨਾਂ 'ਚ ਇਹ ਚੀਜ਼ਾਂ ਹੈਗੇ, ਤਾਂ ਹੀ ਤਾਂ ਅਸੀਂ ਸਰਵਾਈਵ ਕਰ ਰਹੇ ਹਾਂ, ਤਾਂ ਹੀ ਸਾਡੇ ਦੋਨਾਂ ਦੀ ਜਿਹੜੀ ਇੱਕ ਯੂਨਿਟੀ ਆ ਉਹ ਇੰਨੀ ਸਟਰੋਂਗ ਬਣੀ ਹੋਈ ਆ। ਤੇ ਇਹੀ ਚੀਜ਼ਾਂ ਨੇ, ਪਰਿਵਾਰ ਨੂੰ ਵੀ ਅਸੀਂ ਉਸ ਚੀਜ਼ ਤੋਂ ਹੌਲੀ ਹੌਲੀ ਕੱਢ ਰਹੇ ਹਾਂ। ਤੇ ਏਜ ਮੈਟਰ ਕਿਤੇ ਨਾ ਕਿਤੇ ਚਲੋ ਜਾ ਕੇ ਅੱਗੇ ਕਰੂਗੀ, ਪਰ ਜਦੋਂ ਤੁਸੀਂ ਮੈਂਟਲੀ ਸਟਰੋਂਗ ਨਹੀਂ ਹੈਗੇ, ਕਿ ਤੁਸੀਂ ਪ੍ਰਿਪੇਅਰ ਨਹੀਂ ਹੈਗੇ ਉਸ ਰਿਸ਼ਤੇ ਲਈ, ਉਸ ਵਿਆਹ ਲਈ, ਤੁਸੀਂ ਨਾ ਕਰੋ। ਜਿਸ ਦਿਨ ਤੁਸੀਂ ਪ੍ਰਿਪੇਅਰ ਹੋ ਗਏ, ਤੁਸੀਂ ਚਾਹੇ 20 ਸਾਲ ਵੀ ਉਸ ਬੰਦੇ ਨਾਲ ਲੰਘਾ ਰਹੇ ਜਿਹਦੇ ਨਾਲ ਤੁਸੀਂ ਵਿਆਹ ਕਰਨਾ, ਤੁਹਾਨੂੰ ਤੁਸੀਂ ਹੁਣ ਰੈਡੀ ਹੋ ਨਾ ਕਿ ਮੈਂ ਇਸ ਬੰਦੇ ਨਾਲ ਇਸ ਜਗ੍ਹਾ ਤੇ ਰਹਿ ਸਕਦੀ ਹਾਂ, ਇੰਨੇ ਸਾਲ ਮੈਂ ਕਰਨਾ, ਮਤਲਬ ਇੱਕ ਸਰਵਾਈਵ ਕਰ ਸਕਦੀ ਹਾਂ, ਚਾਹੇ ਉਹ ਕਿੰਨੀ ਮਰਜ਼ੀ ਪ੍ਰੋਬਲਮ ਆ ਜਾਏ ਫਿਰ ਵੀ ਮੈਂ ਸਰਵਾਈਵ ਕਰ ਲੂੰਗੀ। ਫਿਰ ਤੁਸੀਂ ਜਾ ਕੇ ਉਹ ਰਿਸ਼ਤਾ ਬਣਾਓ ਤੇ ਨਿਭਾਓ। ਜੇ ਤੁਸੀਂ ਸਰਜਸਟ ਕੇ ਨਹੀਂ ਚਲ ਠੀਕ ਹੈ ਕਰ ਲੈਂਦੇ ਆ, ਹੈ ਨਾ, ਜਿੰਨਾ ਨਿਭੂਗਾ ਨਿਭਜੂਗਾ ਜੀ, ਠੀਕ ਹੈ ਜੀ, ਉਹ ਤੋਂ ਬਾਅਦ ਛੱਡ ਦਾਂਗੇ ਜੀ, ਹੈ ਨਾ, ਇਹ ਥੋਟ ਲੈ ਕੇ ਜੇ ਤੁਸੀਂ ਵਿਆਹ ਕਰਾਉਂਦੇ ਹੋ ਨਹੀਂ ਚੱਲਦੇ। ਫਿਰ ਜੇ ਚੱਲਦੇ ਵੀ ਆ ਤੇ ਇੰਨਾ ਕਲੇਸ਼, ਇੰਨਾ ਦੁੱਖ, ਘਰ 'ਚ ਪ੍ਰੋਬਲਮਸ ਹੋਣੀਆਂ ਨਾ, ਮਤਲਬ ਕਿ ਸਟ੍ਰੈਸ ਆ ਜਾਣਾ, ਬਿਮਾਰੀਆਂ ਬਣ ਜਾਣੀਆਂ, ਘਰ 'ਚ ਸਾਰਾ ਦਿਨ ਲੜਾਈਆਂ ਰਹਿਣੀਆਂ, ਉਸ ਰਿਸ਼ਤੇ ਦਾ ਵੀ ਕੀ ਫਾਇਦਾ ਜਿਸ 'ਚ ਸੁੱਖ ਹੀ ਨਹੀਂ ਹੈਗਾ। ਸੁੱਖ ਚਾਹੇ ਘੱਟ ਟਾਈਮ ਦਾ ਹੋਵੇ, ਕੋਈ ਉਹ ਤਾਂ ਆਪਣਾ ਉਹ ਚੀਜ਼ ਵਧੀਆ ਨੇ, ਪਰ ਪ੍ਰੋਬਲਮਸ ਨਹੀਂ ਹੋਣੀ ਚਾਹੀਦੀਆਂ। ਪੇਰੈਂਟਸ ਨੂੰ ਇਹ ਚੀਜ਼ ਮੈਂ ਤਾਂ ਹੀ ਸਮਝਾਉਣਾ ਚਾਹੁੰਦੀ ਹਾਂ ਕਿ ਤੁਸੀਂ ਇਸ ਚੀਜ਼ ਨੂੰ ਲੈ ਕੇ ਬੱਚਿਆਂ ਨੂੰ ਫੋਰਸ ਨਾ ਕਰਿਆ ਕਰੋ। ਹਾਂ, ਬੱਚਿਆਂ ਦੀ ਰਿਸਪੌਂਸਿਬਿਲਿਟੀ ਬਣਦੀ ਆ ਕਿ ਤੁਸੀਂ ਚੰਗੀ ਥੋਟ ਲੈ ਕੇ ਚੱਲੋ। ਪੇਰੈਂਟਸ ਨੂੰ ਤੁਹਾਡੇ ਤੇ ਗਰਵ ਹੋਣਾ ਚਾਹੀਦਾ। ਹਾਂ, ਦੋਨਾਂ ਦਾ ਇਕੁਅਲ, ਜੇ ਪੇਰੈਂਟਸ ਸਪੋਰਟ ਕਰਦੇ ਨੇ ਤਾਂ ਉਹਨਾਂ ਨੂੰ ਆਪਣੇ ਆਪ ਤੇ ਪ੍ਰਾਊਡ ਵੀ ਫੀਲ ਕਰਾਓ। ਦੋਨਾਂ ਦਾ ਸੇਮ ਰੋਲ ਆ ਲਾਈਫ 'ਚ। ਤੁਸੀਂ ਇੱਕ ਨੂੰ ਡਾਊਨ ਤੇ ਇੱਕ ਨੂੰ ਅਪ ਨਹੀਂ ਰੱਖ ਸਕਦੇ ਹੋ, ਬਰਾਬਰ ਚੱਲੋ। ਦੋਨਾਂ ਦੀ ਇੱਕ ਦੂਜੇ ਦੀ ਇਕੁਐਲਿਟੀ
ਇੱਕ ਵਧੀਆ ਹੋਣੀ ਚਾਹੀਦੀ ਹੈ, ਥੋਟ ਦੋਨਾਂ ਦੇ ਵਧੀਆ ਹੋਣੇ ਚਾਹੀਦੇ ਆ, ਤਾਂ ਉੱਥੇ ਏਜ ਮੈਟਰ ਨਹੀਂ ਕਰੂਗੀ। ਹੁਣ ਉਹਨਾਂ ਦੀ ਵੀ ਸੋਚ ਚੇਂਜ ਹੋ ਚੁੱਕੀ ਆ ਪੇਰੈਂਟਸ ਦੀ, ਹੁਣ ਉਹ ਵੀ ਦੇਖਦੇ ਆ ਕਿ ਸਾਡੀ ਲੜਕੀ ਤਾਂ ਇਹ ਕੰਮ ਕਰਦੀ ਆ, ਵੀ ਤੁਹਾਡੇ ਮੁੰਡੇ ਨੂੰ ਜਾਂ ਤੁਹਾਡੇ ਪਰਿਵਾਰ ਨੂੰ ਇਹ ਚੀਜ਼ ਐਕਸੈਪਟ ਹੈ, ਇਹ ਕਿ ਤੁਸੀਂ ਕਰਵਾ ਸਕਦੇ ਅੱਗੇ ਤੋਂ ਤਾਂ ਹੀ ਦੇਖੋਗੇ ਰਿਸ਼ਤਾ, ਨਹੀਂ ਸਾਡੀ ਬੇਟੀ ਤਾਂ ਐਂ ਕੰਮ ਕਰੂਗੀ। ਹੁਣ ਉਹਨਾਂ ਦੀ ਬਦਲ ਚੁੱਕੀ ਹੈ ਸੋਚ। ਐਕਚੁਅਲੀ ਨਾ ਅੱਜ ਕੱਲ ਮੈਂ ਇਹ ਚੀਜ਼ ਬਹੁਤ ਦੇਖ ਰਹੀ ਹਾਂ, ਮੈਂ ਆਪਦੇ ਫਰੈਂਡਸ ਦੇ ਨਾਲ ਹੀ ਹੁੰਦਾ ਹੋਇਆ ਵੇਖ ਰਹੀ ਹਾਂ ਕਿ ਮੁੰਡੇ ਇੱਕ ਵਾਰ ਤਾਂ ਮਤਲਬ ਫੈਮਿਲੀ ਜਾਂ ਮੁੰਡੇ ਕੋਈ ਵੀ ਆ ਹੁਣ ਵੀ ਇੱਕ ਵਾਰ ਤਾਂ ਹਾਂ ਕਰ ਦਿੰਦੇ ਆ ਨਾ ਰਿਸ਼ਤਿਆਂ ਲਈ। ਇਹ ਚੀਜ਼ ਜ਼ਰੂਰੀ ਹੈ ਡਿਸਕਸ ਕਰਨੀ ਆਰਟ ਤੋਂ, ਕਿਉਂਕਿ ਅਸੀਂ ਆਰਟ ਦੇ ਨਾਲ ਹੀ ਸਭ ਕੁਝ ਜੁੜਿਆ ਹੋਇਆ, ਕਿਉਂਕਿ ਆਰਟ ਕਰਾਂਗੇ ਤਾਂ ਹੀ ਚੱਲੂਗਾ। ਜੇ ਉਹਨਾਂ ਨੂੰ ਇੱਕ ਵਾਰੀ ਧੋਖੇ 'ਚ ਰੱਖ ਕੇ ਵੀ ਨਹੀਂ ਤੁਸੀਂ ਬਈ ਠੀਕ ਆ ਕਰ ਲਿਓ, ਕੋਈ ਗੱਲ ਹੀ ਨਹੀਂ ਹੈਗੀ, ਆਪਾਂ ਤੁਹਾਨੂੰ ਪਰਮਿਸ਼ਨ ਦਿੰਦੇ, ਪਰਮਿਸ਼ਨ ਦੇਣ ਵਾਲੇ ਤੁਸੀਂ ਕੋਈ ਨਹੀਂ ਹੈਗੇ, ਠੀਕ ਹੈ, ਉਹ ਸਾਡਾ ਹੱਕ ਆ ਅਸੀਂ ਕਰਨਾ, ਪਹਿਲੀ ਗੱਲ ਤਾਂ ਇਹ। ਤੇ ਦੂਜਾ ਕਿ ਤੁਸੀਂ ਉਸ ਚੀਜ਼ ਦਾ ਨਾ ਮਤਲਬ ਕਿ ਪਹਿਲਾਂ ਤਾਂ ਹਾਂ ਕਰ ਦੇਣਗੇ ਵੀ ਠੀਕ ਹੈ ਤੁਸੀਂ ਕੰਮ ਕਰੋ ਜੀ, ਬਾਅਦ ਚ ਜਿਵੇਂ ਵਿਆਹ ਹੋ ਗਿਆ 5-7 ਦਿਨ ਬਾਅਦ ਨਹੀਂ ਜੀ ਅਸੀਂ ਤਾਂ ਨਹੀਂ ਜਾਣ ਦੇਣਾ, ਅਸੀਂ ਤਾਂ ਨਹੀਂ ਕਰਨ ਦੇਣਾ, ਇਹਦੀ ਗਰੰਟੀ ਹੁਣ ਕੌਣ ਲਊਗਾ? ਇਹ ਚੀਜ਼ਾਂ ਬਹੁਤ ਹੋ ਰਹੀਆਂ ਨੇ, ਪਹਿਲਾਂ ਤਾਂ ਕੁਝ ਹੋਰ ਬਾਅਦ ਚ ਕੁਝ ਹੋਰ ਹੁੰਦੇ ਆ ਲੋਕ। ਬਿਲਕੁਲ, ਬੰਦਾ ਦੁਨੀਆ ਦੇ ਨਾਲ ਜਿੰਨਾ ਮਰਜ਼ੀ ਟਫ ਹੋਵੇ ਲੜ ਲਊਗਾ, ਪਰ ਸਭ ਤੋਂ ਔਖਾ ਘਰਦਿਆਂ ਨਾਲ ਲੜਨਾ ਹੁੰਦਾ ਆ। ਇੱਥੇ ਹੁਣ ਕਿਵੇਂ ਪਰ ਰਿਟਰਨ ਚ ਲੈ ਕੇ, ਹੁਣ ਹਰ ਚੀਜ਼ ਰਿਟਰਨ ਚ ਲੈ ਕੇ ਚੱਲਾਂਗੇ, ਨਹੀਂ ਲੈ ਕੇ ਚੱਲ ਸਕਦੇ। ਸੋ ਥੋੜਾ ਸੋਚ ਸਮਝ ਕੇ ਹਰ ਚੀਜ਼ ਦਾ ਡਿਸੀਜਨ ਲੈਣਾ ਆਪਾਂ, ਚਾਹੇ ਉਹ ਤੁਹਾਡੇ ਕੰਮ ਦਾ ਹੋਵੇ, ਚਾਹੇ ਤੁਹਾਡੇ ਰਿਸ਼ਤਿਆਂ ਦਾ ਹੋਵੇ, ਚਾਹੇ ਕੋਈ ਵੀ ਹੋਵੇ। ਤਾਂ ਹੀ ਇਹ ਦੁਨੀਆ ਦਾ ਜਿਹੜਾ ਸਟਰਗਲ ਚੱਲ ਰਿਹਾ ਨਾ, ਜਿਹੜੇ ਰਿਸ਼ਤੇ ਮਿੰਟੋ ਮਿੰਟ ਟੁੱਟਦੇ ਆ, ਸੈਕਿੰਡਸ 'ਚ ਟੁੱਟਦੇ ਆ। ਹੁਣ ਤਾਂ ਕੁਛ ਪਹਿਲਾਂ ਸਾਲ ਤਾਂ ਲੰਘਦੇ ਸੀਗੇ, ਹੁਣ ਮਹੀਨਿਆਂ 'ਚ ਆ ਗਏ, ਹੁਣ ਸੈਕਿੰਡਸ 'ਚ ਆ ਗਏ। ਇਹ ਤਾਂ ਹੀ ਆ ਗਏ ਕਿਉਂਕਿ ਨਾ ਬਿਲੀਵ ਹੀ ਤੋੜੀ ਜਾਂਦੇ ਇੱਕ ਦੂਜੇ ਦਾ। ਸੋ ਇੱਕ ਇਹ ਵੀ ਚੀਜ਼ ਹੈ ਜਿੱਦਾਂ ਤੁਸੀਂ ਹੁਣ ਕੰਮ ਕਰਦੇ ਹੋ ਹੈ ਨਾ, ਕਿਉਂਕਿ ਤੁਸੀਂ ਦੋਨੋਂ ਹੀ ਲੀਡ ਕਰ ਰਹੇ ਹੋ ਆਪਣੇ ਗਰੁੱਪ ਨੂੰ, ਇੱਕ ਇਹ ਵੀ ਚੀਜ਼ ਆ ਜਾਂਦੀ ਲੋਕਾਂ ਦੇ ਵਿੱਚ ਕਿ ਕੁੜੀਆਂ ਨਾਲ ਗੱਲ ਕਰਨ 'ਚ ਕੰਫਰਟੇਬਲ ਨਹੀਂ ਹੁੰਦੇ, ਕਿ ਕੁੜੀ ਇਹ ਸਾਂਭ ਲੂਗੀ, ਲੀਡ ਕਰ ਲੂਗੀ ਇਸ ਚੀਜ਼ ਨੂੰ, ਭਰੋਸਾ ਨਹੀਂ ਬਣ ਪਾਉਂਦਾ ਉਹਨਾਂ ਦਾ ਇਸ ਚੀਜ਼ 'ਤੇ। ਹੁੰਦੀ ਇਹ ਚੀਜ਼ ਤੁਹਾਨੂੰ ਫੇਸ ਕਰਨੀ ਪੈਂਦੀ? ਜਿਵੇਂ ਅਸੀਂ ਪਹਿਲਾਂ ਗਰੁੱਪ 'ਚ ਸੀਗੇ, ਉੱਥੇ ਉਹਨਾਂ ਨੇ ਕਿਸੇ ਨੇ ਵੀ ਆ ਕੇ ਗੱਲ ਕਰਨੀ ਤਾਂ ਉਹਨਾਂ ਨੇ ਦੇਖਣਾ ਕਿ ਇਹਨਾਂ ਦੇ ਗਰੁੱਪ 'ਚ ਕੋਈ ਮੁੰਡਾ ਹੈਗਾ, ਤਾਂ ਉਹਨਾਂ ਨੇ ਮੁੰਡੇ ਨਾਲ ਹੀ ਜਾ ਕੇ ਗੱਲ ਕਰਨੀ ਕਿ ਅਸੀਂ ਆਹ ਕੰਮ ਕਰਵਾਉਣਾ ਹੈ ਅੱਗੇ ਦਾ। ਉਹ ਹਮੇਸ਼ਾ ਇੱਕ ਮੁੰਡੇ ਨੂੰ ਦੇਖਦੇ ਕਿ ਵੀ ਸ਼ਾਇਦ ਹਾਂ ਇਹਨਾਂ ਦੇ ਗਰੁੱਪ ਦਾ ਲੀਡ ਕੌਣ ਕਰ ਰਿਹਾ ਹੋਊਗਾ, ਇੱਕ ਮੁੰਡਾ ਹੋਊਗਾ। ਇੱਥੇ ਅਸੀਂ ਤਾਂ ਹੀ ਉਹਨਾਂ ਚੀਜ਼ਾਂ ਤੋਂ ਲੈ ਕੇ ਅਸੀਂ ਮੁੰਡੇ ਨੂੰ ਘੱਟ ਵਿੱਚ ਐਡ ਕਰਦੇ ਹਾਂ। ਜੇ ਹੁਣ ਵੀ ਅਸੀਂ ਖੜੇ ਹੋਵਾਂਗੇ, ਚਾਹੇ ਨਾਮ ਸਾਡਾ ਬਣ ਰਿਹਾ ਹੋਊਗਾ, ਪਰ ਫਿਰ ਵੀ ਉਹ ਦੇਖਣਗੇ ਆ ਕੇ ਜੇ ਕੋਈ ਮੁੰਡਾ ਖੜਾ ਹੋਊਗਾ ਤਾਂ ਅਸੀਂ ਉਹਦੇ ਨਾਲ ਜਾ ਕੇ ਗੱਲ ਕਰੀਏ। ਲੋਕ ਉੱਥੋਂ ਕੰਫਰਟੇਬਲ ਹੋ ਜਾਂਦੇ ਆ ਕਿ ਹਾਂ ਮੁੰਡੇ ਨਾਲ ਅਸੀਂ ਸਾਰੀ ਗੱਲ ਕਰ ਸਕਦੇ ਹਾਂ, ਪੈਸੇ ਨੂੰ ਲੈ ਕੇ, ਕੰਮ ਨੂੰ ਲੈ ਕੇ। ਕੁੜੀਆਂ ਨਾਲ ਇਹ ਗੱਲ ਕਰਨ 'ਚ ਉਹ ਅਨਕੰਫਰਟੇਬਲ ਥੋੜਾ ਹੋ ਜਾਂਦੇ ਆ, ਪਤਾ ਨਹੀਂ ਅੱਗੇ ਕਰੂਗੀ ਜਾਂ ਨਹੀਂ ਕਰਨਗੀਆਂ, ਤੇ ਜੇ ਇੰਨੇ ਪੈਸੇ ਕਹਤੇ ਵੀ ਸਾਡੀ ਈਗੋ ਨਾ ਹਰਟ ਹੋ ਜਾਏ। ਹੁੰਦਾ ਇਹ ਚੀਜ਼ਾਂ ਦਾ ਵੀ ਈਗੋ ਨਾ ਹਰਟ ਹੋ ਜਾਏ, ਅਸੀਂ ਉਹਨਾਂ ਨੂੰ ਘੱਟ ਕਰਨ ਲਈ ਪੈਸੇ ਲਈ ਕਵਾਂਗੇ। ਇਹ ਚੀਜ਼ਾਂ ਅੱਜ ਵੀ ਲੋਕਾਂ ਦੀ ਸੋਚ ਉੱਥੇ ਹੀ ਖੜੀ ਆ ਹਜੇ ਵੀ। ਤੇ ਤੁਸੀਂ ਮਤਲਬ ਹੁਣ ਐਸਟੈਬਲਿਸ਼ ਹੋ ਗਏ ਹੋ, ਮਤਲਬ ਅਲੱਗ-ਅਲੱਗ ਲੋਕਾਂ ਨਾਲ ਮਿਲਦੇ ਹੋ, ਤੇ ਤੁਸੀਂ ਸੁਸਾਇਟੀ ਵਿੱਚ, ਸਮਾਜ ਵਿੱਚ ਔਰਤਾਂ ਦੀ ਸਥਿਤੀ ਨੂੰ ਚੇਂਜ ਹੁੰਦਾ ਦੇਖ ਰਹੇ ਹੋ? ਕੁਝ ਕੁ ਲੈਵਲ ਤੇ ਜਿੰਨਾ ਕੁ ਕੁੜੀਆਂ ਐਫਰਟ ਕਰ ਰਹੀਆਂ ਨੇ ਉਸ ਲੈਵਲ ਤੱਕ ਥੋੜਾ ਬਹੁਤ, ਮੈਂ ਹਜੇ ਆਪਾਂ ਡੀਪਲੀ ਜਾਈਏ ਤਾਂ ਬਹੁਤ ਕੁਝ ਪਿਆ ਹਜੇ ਚੇਂਜ ਹੋਣ ਵਾਲਾ, ਤੇ ਚਾਹੁੰਦੇ ਆ ਕਿ ਚੇਂਜ ਹੋ ਨਾ। ਤੇ ਸੁਸਾਇਟੀ ਵੀ ਇੱਕ ਦੂਜੇ ਨੂੰ ਸਪੋਰਟ ਹਜੇ ਕਰ ਹੀ ਨਹੀਂ ਰਹੀ ਹੈ ਉਸ ਲੈਵਲ ਤੇ। ਪਤਾ ਨਹੀਂ ਕਿਉਂ ਅੱਜ ਕੱਲ੍ਹ ਨਾ ਅਸੀਂ ਇੱਕ ਬੰਦੇ ਦੇ ਪਿੱਛੇ ਬਹੁਤ ਲੱਗਦੀ ਹੈ ਦੁਨੀਆ, ਮਤਲਬ ਕੋਈ ਸਾਨੂੰ ਲੀਡਰ ਚਾਹੀਦਾ। ਸੁਸਾਇਟੀ ਨੂੰ ਆਏ ਹੋਇਆ ਪਿਆ ਕਿ ਸਾਨੂੰ ਨਾ ਮਤਲਬ ਕਿ ਇੱਕ ਦੌਰਾ ਬਣਾ, ਇੱਕ ਆਪਦਾ ਏਰੀਆ ਜਿਹਾ ਬਣਾ ਲਿਆ ਕਿ ਅਸੀਂ ਸਾਡਾ ਕੋਈ ਲੀਡਰ ਹੋਵੇ, ਅਸੀਂ ਉਹਦੇ ਅਕੋਰਡਿੰਗ ਚੱਲਾਂਗੇ। ਮਤਲਬ ਲੋਕਾਂ ਦੇ ਆਪ ਦੇ ਦਿਮਾਗ ਬੰਦ ਹੋ ਚੁੱਕੇ ਆ, ਪਤਾ ਨਹੀਂ ਕਿਉਂ। ਕਿਹੜੀ ਸੋਸ਼ਲ ਮੀਡੀਆ ਠੀਕ ਹੈ ਯੂਜ਼ ਕਰੋ, ਪਰ ਇੰਨਾ ਕੁ ਜ਼ਿਆਦਾ ਵੀ ਨਾ ਕਰੋ ਕਿ ਤੁਸੀਂ ਤੁਹਾਡੇ ਆਪਦੇ ਥੋਟਸ ਹੀ ਖਤਮ ਹੋ ਜਾਣ। ਦੂਜੇ ਦੇ ਥੋਟਸ ਨੂੰ ਲੈ ਕੇ ਜੀ ਰਹੇ ਆ, ਉਹਨਾਂ ਦੇ ਥੋਟਸ ਤੋਂ ਆਈਡੀਆਜ਼ ਲੈ ਰਹੇ ਆ, ਉਹਨਾਂ ਦੇ ਥੋਟਸ ਨੂੰ ਆਪਦੇ ਥੋਟਸ ਬਣਾ ਰਹੇ ਆ। ਤੇ ਇੱਥੇ ਹੀ ਕੁੜੀਆਂ ਵੀ ਖਰਾਬ ਹੋ ਰਹੀਆਂ ਨੇ, ਮੁੰਡੇ ਵੀ ਖਰਾਬ ਹੋ ਰਹੇ ਆ। ਉਹਨਾਂ ਦੀ ਆਪਦੀ ਨਾ ਮਤਲਬ ਕਿ ਪਹਿਲਾਂ ਇਹ ਚੀਜ਼ਾਂ ਨਹੀਂ ਹੁੰਦੀਆਂ ਸੀਗੀ, ਆਪਾਂ ਲਿਖਦੇ ਹੁੰਦੇ ਸੀਗੇ, ਬੋਲਦੇ ਹੁੰਦੇ ਸੀਗੇ, ਗੱਲਾਂ ਕਰਦੇ ਹੁੰਦੇ ਸੀਗੇ। ਕਮਿਊਨੀਕੇਸ਼ਨਸ ਤਾਂ ਬਿਲਕੁਲ ਹੀ ਖਤਮ ਹੋ ਚੁੱਕੀਆਂ ਹੈ ਨਾ। ਕਮਿਊਨੀਕੇਸ਼ਨਸ ਖਤਮ ਹੋ ਗਿਆ, ਲਿਖਣਾ ਖਤਮ ਹੋ ਗਿਆ, ਤੇ ਸਿਰਫ ਕੀ ਰਹਿ ਗਿਆ? ਤਾਰਾਂ ਹੀ ਰਹਿ ਗਈਆਂ ਜਿਹੜੀਆਂ ਇੰਨੀਆਂ ਸੋਸ਼ਲ ਮੀਡੀਆ ਵਾਲੀਆਂ ਬਣਾਤੀਆਂ ਨਾ ਆਪਣੇ ਉੱਪਰ ਸਿਰ ਤੇ। ਉਹੀ ਮਤਲਬ ਉਹੋ ਜਿਹਾ ਦਿਮਾਗ ਹੋ ਗਿਆ ਆਪਣਾ, ਤੇ ਉਹੀ ਸੁਸਾਇਟੀ ਨੂੰ ਖਰਾਬ ਕਰ ਰਿਹਾ, ਉਹੀ ਸਾਨੂੰ ਅੱਗੇ ਵਧਣ ਲਈ ਖਰਾਬ ਕਰ ਰਿਹਾ। ਹੁਣ ਜਿਵੇਂ ਅਸੀਂ ਕੰਮ ਕਰਦੇ ਹਾਂ ਨਾ, ਅਸੀਂ ਸੋਸ਼ਲ ਮੀਡੀਆ ਤੇ ਬਹੁਤ ਘੱਟ ਐਕਟਿਵ ਹੁੰਦੇ ਆ, ਸਾਡਾ ਕਿਤੇ ਨਾ ਕਿਤੇ ਨੁਕਸਾਨ ਵੀ ਇਹ ਹੋ ਜਾਂਦਾ ਕਿ ਸਾਨੂੰ ਉੱਥੋਂ ਮਤਲਬ ਕਿ ਐਕਟਿਵ ਨਹੀਂ ਹੁੰਦੇ, ਜਾਂ ਕੁਛ ਕੰਮ ਘੱਟ ਪਾਉਂਦੇ ਆ ਤਾਂ ਸਾਨੂੰ ਕੰਮ ਉਹਦੇ ਕਰਕੇ ਵੀ ਘੱਟ ਆਉਂਦਾ, ਕਿਉਂਕਿ ਸਾਡਾ ਨਾ ਫੋਕਸ ਕੰਮ ਤੇ ਰਹਿੰਦਾ। ਸਾਨੂੰ ਆਉਂਦਾ ਵੀ ਜਿੱਥੇ ਵੀ ਕੰਮ ਕਰੇ 100% ਦੇਈਏ, ਉੱਥੇ ਆਪਦਾ ਨਾ ਮਤਲਬ ਕਿ ਬਿਜ਼ਨਸ ਮਾਈਂਡਡ ਨਾ ਬਣੀਏ ਉੱਥੇ। ਅਸੀਂ ਹਮੇਸ਼ਾ, ਅਸੀਂ ਹੁਣ ਵੀ ਇਹੀ ਕਹਾਂਗੇ, ਚਾਰਜਿਸ ਬਹੁਤ ਜੈਨੂਇਨ ਲੈਂਦੇ ਆ, ਕਿਸੇ ਤੋਂ ਇੱਕ ਪੈਸਾ ਵੱਧ ਨਹੀਂ ਲੈਂਦੇ। ਜਿੰਨੀ ਸਾਡੀ ਮਿਹਨਤ ਬਣਦੀ, ਕਿ ਮਿਹਨਤ ਬਹੁਤ ਜ਼ਿਆਦਾ ਲੋਕਾਂ ਨੂੰ ਦਿਖਦਾ ਘੱਟ ਆ, ਪਰ ਮਿਹਨਤ ਇੰਨੀ ਕੁ ਜ਼ਿਆਦਾ ਹੁੰਦੀ ਆ, ਅਸੀਂ ਉਹਦੇ ਉੱਚ ਸਾਨੂੰ ਪਤਾ ਕਿ ਅਸੀਂ ਕਿਵੇਂ ਉਹ ਕੰਮ ਕਰ ਰਹੇ ਹਾਂ ਨਾ।
ਤੇ ਹਰ ਚੀਜ਼ ਨਾ ਮਤਲਬ ਹਰ ਚੀਜ਼ ਰਿਲੇਟ ਕਰ ਰਹੀਆਂ ਕੁੜੀਆਂ ਨੂੰ ਵੀ। ਫਿਰ ਇਹੀ ਆ ਕਿ ਹੁਣ ਜਦੋਂ ਤੁਹਾਨੂੰ ਤੁਸੀਂ ਇੰਨੀ ਮਿਹਨਤ ਕਰ ਰਹੇ ਹੋ ਨਾ ਤੇ ਤੁਸੀਂ ਉਹ ਤੁਹਾਨੂੰ ਮਿਲ ਹੀ ਨਹੀਂ ਰਿਹਾ, ਫਿਰ ਕਈ ਵਾਰੀ ਸਾਨੂੰ ਅਸੀਂ ਡੀਮੋਟੀਵੇਟ ਉਹ ਕਰਕੇ ਹੋ ਜਾਂਦੇ ਕਿ ਯਾਰ ਦੇਖਣਾ ਮਤਲਬ ਕਿੰਨਾ ਕੁ ਸਮਝਾਈਏ ਲੋਕਾਂ ਨੂੰ, ਹੈ ਨਾ। ਸਮਝਾ ਕੇ ਅਸੀਂ ਕਈ ਵਾਰ ਥੱਕ ਜਾਂਦੇ ਹੁੰਦੇ ਹਾਂ ਕਿ ਯਾਰ ਪਲੀਜ਼ ਤੁਸੀਂ ਆਪਦੇ ਵੀ ਮਾਈਂਡ ਨੂੰ ਯੂਜ਼ ਕਰੋ। ਤੇ ਕੁੜੀਆਂ ਲਈ ਤਾਂ ਆਪਾਂ ਇਹੀ ਮੈਸੇਜ ਦਿੰਦੇ ਹਾਂ ਕਿ ਤੁਸੀਂ ਨਿਕਲੋ, ਕੰਮ ਕਰੋ, ਕੋਈ ਦਿਨ ਰਾਤ ਨਹੀਂ ਹੁੰਦਾ। ਜਿੰਨਾ ਕੁ ਸਟਰੋਂਗ ਮੈਂਟਲੀ ਬਣੋਗੇ ਨਾ ਤੁਸੀਂ ਫਿਜ਼ੀਕਲੀ ਵੀ ਉਨੀ ਸਟਰੋਂਗ ਦਿਖੋਗੇ। ਫਿਜ਼ੀਕਲੀ ਸਟਰੋਂਗ ਬਣਨ ਨਾਲ ਕੋਈ ਫਾਇਦਾ ਨਹੀਂ ਹੈਗਾ ਜਦੋਂ ਤੁਸੀਂ ਮੈਂਟਲੀ ਉਨੀ ਸਟਰੋਂਗ ਹੈਗੇ। ਦੋਨੋਂ ਵਧੀਆ ਆਪਦਾ ਕੰਮ ਕਰੋ, ਬਾਹਰ ਨਿਕਲੋ, ਪੇਰੈਂਟਸ ਨੂੰ ਦਿਖਾਓ ਕਿ ਤੁਸੀਂ ਕੀ ਕੁਛ ਕਰ ਸਕਦੀਆਂ ਹੋ, ਠੀਕ ਹੈ। ਤਾਂ ਹੀ ਉਹ ਚੇਂਜ ਹੋਣਗੇ, ਸੁਸਾਇਟੀ ਵੀ ਤਾਂ ਹੀ ਚੇਂਜ ਹੋਊਗੀ। ਤੇ ਆਪਦਾ ਥੋਟਸ ਆਪਦੇ ਹੱਕ ਨੂੰ ਰੱਖੋ ਸਹੀ ਤਰੀਕੇ ਨਾਲ। ਇਹੀ ਨਹੀਂ ਕਿ ਮੈਂ ਹੀ ਆ, ਇਹ ਵੀ ਗਲਤ ਆ। ਆਪਦੇ ਸੋਚ ਨੂੰ ਚੰਗੇ ਤਰੀਕੇ ਨਾਲ ਰੱਖੋ ਤੇ ਉਹਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰੋ ਤੇ ਕਰੋ ਵੀ। ਤੇ ਜਦੋਂ ਤੁਸੀਂ ਕੰਮ ਕਰਦੇ, ਕੰਮ ਈਜ਼ੀਲੀ ਮਿਲ ਜਾਂਦਾ ਹੈ ਕਿਉਂਕਿ ਬਰੀਕੀ ਨਾਲ ਇਹ ਕਲਾ ਦਾ ਕੰਮ ਆ, ਇਹਦੇ ਉੱਤੇ ਟਾਈਮ ਲੱਗਦਾ ਆ। ਛੋਟੀ ਚੀਜ਼ਾਂ ਤੇ ਵੀ ਕਈ ਵਾਰੀ ਮਹੀਨੇ ਲੱਗ ਜਾਂਦੇ, ਸਾਲ ਲੱਗ ਜਾਂਦੇ। ਇਹ ਤੇ ਈਜ਼ੀਲੀ ਮਿਲ ਜਾਂਦਾ, ਜਿਵੇਂ ਆਪਣੇ ਹਿਸਟੋਰੀਕਲ ਪਲੇਸਿਸ ਨੇ ਉਹਨਾਂ ਤੇ। ਕੰਮ ਮੁਸ਼ਕਿਲ ਹੋ ਵੀ ਜਾਂਦਾ, ਫ੍ਰੀਲਾਂਸ ਆਰਟਿਸਟ ਆ, ਕਈ ਵਾਰ ਫ੍ਰੀ ਵੀ ਬੈਠਣਾ ਪੈਂਦਾ ਕੁਝ ਟਾਈਮ ਵਿੱਚੋਂ, ਕਈ ਵਾਰ ਲਗਾਤਾਰ ਵੀ ਕੰਮ ਮਿਲਦਾ। ਬਟ ਹਾਂ, ਉੱਥੇ ਲੋਕਾਂ ਨੂੰ ਸਮਝਾਉਣਾ ਬਹੁਤ ਪੈਂਦਾ ਕਿ ਇਹਦੇ ਵਿੱਚ ਇੰਨੀ ਮਿਹਨਤ ਆ, ਸਾਨੂੰ ਇੰਨਾ ਟਾਈਮ ਲੱਗੂਗਾ। ਲੋਕਾਂ ਨੂੰ ਨਾ ਅੱਜ ਕੱਲ੍ਹ ਚਾਹੀਦਾ ਕਿ ਸਾਨੂੰ ਹੁਣੇ ਹੀ ਕੰਮ ਚਾਹੀਦਾ, ਬਹੁਤ ਜਲਦੀ, ਕਿਸੇ 'ਚ ਪੇਸ਼ੈਂਸ ਨਹੀਂ ਰਹੀ ਹੈਗੀ। ਜਲਦੀ ਤੋਂ ਜਲਦੀ 'ਚ ਕੰਮ ਚਾਹੀਦਾ। ਕੋਈ ਕੰਮ ਕਰਨ ਨੂੰ ਮਹੀਨੇ ਵੀ ਲੱਗ ਜਾਂਦੇ, ਕਈਆਂ ਨੂੰ 3-4 ਮਹੀਨੇ ਲੱਗ ਜਾਂਦੇ, ਕੁਝ ਕੰਮ ਹੁੰਦੇ 2 ਦਿਨ ਵਾਲੇ ਵੀ ਹੁੰਦੇ ਨਾ। ਉੱਥੇ ਲੋਕਾਂ ਨੂੰ ਚਾਹੀਦਾ ਕਿ ਅਸੀਂ ਕੰਮ ਅੱਜ ਦੇਤਾ ਤੇ ਸਾਨੂੰ 2-3 ਦਿਨ ਬਾਅਦ ਸਾਡਾ ਕੰਮ ਕੰਪਲੀਟ ਕਰਕੇ ਦੇ ਦਿਓ। ਤੇ ਉੱਥੇ ਮੁਸ਼ਕਿਲ ਆਉਂਦੀ ਹੈ ਕਿਉਂਕਿ ਸਾਨੂੰ ਬਹੁਤ ਟਾਈਮ ਲੱਗ ਵੀ ਜਾਂਦਾ, ਉਹ 'ਚ ਸਾਡੀ ਕਿੰਨੇ ਮਹੀਨਿਆਂ ਦੀ ਮਿਹਨਤ ਵੀ ਲੱਗੂਗੀ। ਤੇ ਉਹਨਾਂ ਨੂੰ ਇਹ ਚੀਜ਼ਾਂ ਦੀ ਸਮਝ ਨਹੀਂ ਹੁੰਦੀ ਹੈਗੀ ਕਿ ਇੰਨਾ ਪੈਸਾ ਇਹ ਮੰਗ ਕਿਉਂ ਰਹੇ ਆ, ਕਿਉਂਕਿ ਸਾਡੀ ਉਹ ਕਿੰਨੇ ਮਹੀਨਿਆਂ ਦੀ ਮਿਹਨਤ ਹੋਊਗੀ। ਤੇ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਦਾ ਜਿਹੜਾ ਪ੍ਰੋਸੈਸ ਹੁੰਦਾ ਉਹ ਲੋਕਾਂ ਨੂੰ ਨਹੀਂ ਪਤਾ। ਜਿਹੜਾ ਅਸੀਂ ਡਰਾਇੰਗਸ ਵਗੈਰਾ ਕਰਨੀ ਆ, ਜਿਹੜੀ ਪਿਨਿੰਗ ਵਗੈਰਾ ਕਰਨੀ, ਉਹ ਰੂਮ 'ਚ ਬੈਠ ਕੇ ਹੋਣਾ, ਉਹ ਪ੍ਰੋਸੈਸ ਵੀ ਨਹੀਂ ਲੋਕਾਂ ਨੂੰ ਪਤਾ ਹੁੰਦਾ। ਤਾਂ ਉਹਨਾਂ ਨੂੰ ਇਹ ਲੱਗਦਾ ਕਿ ਬਹੁਤ ਪੈਸੇ ਮੰਗ ਲਏ ਆ, ਪਤਾ ਨਹੀਂ ਇੰਨੇ, ਤੇ ਅਸੀਂ ਵੀ ਇੰਨੇ 'ਚ ਤਾਂ ਅਸੀਂ ਫਲੈਕਸ ਕਢਵਾ ਲਾਂਗੇ, ਵਾਲਪੇਪਰ ਕਢਵਾ ਕੇ ਲਗਾ ਦਾਂਗੇ। ਫਿਰ ਅਸੀਂ ਉੱਥੇ ਨਹੀਂ ਕਹਿੰਦੇ ਲੋਕਾਂ ਨੂੰ ਵੀ ਤੁਸੀਂ ਕੰਮ ਕਰਵਾਓ। ਜਿਸ ਨੂੰ ਕੰਮ ਦੀ ਕਦਰ ਨਹੀਂ ਹੈਗੀ, ਫਿਰ ਅਸੀਂ ਉਹਨਾਂ ਨੂੰ ਖੁਦ ਕਹਿ ਦਿੰਦੇ ਆ ਕਿ ਤੁਸੀਂ ਵਾਲਪੇਪਰ ਹੀ ਲਗਵਾ ਲਓ। ਕਿਉਂਕਿ ਜੇ ਆਪਾਂ ਆਪਣੀਆਂ ਹਿਸਟੋਰੀਕਲ ਚੀਜ਼ਾਂ ਨੂੰ ਵੀ ਦੇਖੀਏ, ਜਾਂ ਰਾਜੇ ਮਹਾਰਾਜੇ ਹੁੰਦੇ ਸੀਗੇ, ਉਹ ਵੀ ਕਿੰਨੀ ਬਰੀਕੀ ਦੇ ਨਾਲ, ਪੇਸ਼ੈਂਸ ਦੇ ਨਾਲ ਉਹਨਾਂ ਚੀਜ਼ਾਂ ਨੂੰ ਕਵਰ ਕਰਦੇ ਸੀ, ਹੈ ਨਾ। ਆਪਾਂ ਪੁਰਾਣੀਆਂ ਪੇਂਟਿੰਗਸ ਦੇਖਦੇ ਹਾਂ, ਹੈ ਨਾ। ਤੁਹਾਡਾ ਤਾਂ ਐਕਸਪੀਰੀਅੰਸ ਵੱਧ ਹੈ ਮੇਰੇ ਨਾਲੋਂ। ਅਸੀਂ ਜਿਵੇਂ ਕਿਲ੍ਹਾ ਮੁਬਾਰਕ 'ਚ ਵੀ ਕੰਮ ਕੀਤਾ ਆ ਇੱਥੇ ਪਟਿਆਲਾ, ਤੇ ਬਹੁਤ ਜ਼ਿਆਦਾ ਕੰਮ ਪਿਆ ਹਜੇ ਜਿਹਨੂੰ ਆਪਾਂ ਰੀਸਟੋਰ ਕਰ ਸਕਦੇ ਹਾਂ। ਪੰਜਾਬ 'ਚ ਟੂਰਿਜ਼ਮ ਵੱਧ ਜਾਏਗਾ ਉਹਦੇ ਨਾਲ। ਪਤਾ ਨਹੀਂ ਗੌਰਮੈਂਟ ਕਿਉਂ ਨਹੀਂ ਕਰ ਰਹੀ ਹੈਗੀ, ਇੱਧਰ ਧਿਆਨ ਕਿਉਂ ਨਹੀਂ ਦੇ ਰਹੀ ਹੈਗੀ। ਬਹੁਤ ਜ਼ਿਆਦਾ ਕੰਮ ਆਪਣੇ ਕੋਲ ਪੰਜਾਬ ਕੋਲੇ ਪਿਆ, ਜਿੱਥੋਂ ਆਪਾਂ ਨੂੰ ਆਪਣਾ ਕਲਚਰ ਸ਼ੋ ਹੋਊਗਾ, ਕੀ ਸੀ ਆਪਣਾ ਰਹਿਣ ਸਹਿਣ, ਕੀ ਸੀ ਆਪਣਾ ਹਿਸਟਰੀ, ਕੀ ਰਹੀ ਆ ਪੰਜਾਬ ਦੀ। ਪੇਂਟਿੰਗਸ ਬਣੀਆਂ ਹੋਈਆਂ, ਉਹਨਾਂ ਨੂੰ ਐਕਸਪਲੇਨ ਕੀਤਾ ਹੋਇਆ, ਸਭ ਕੁਝ ਪਿਆ ਆਪਣੇ ਕੋਲੇ। ਪਰ ਨਹੀਂ, ਗੌਰਮੈਂਟ ਧਿਆਨ ਨਹੀਂ ਦੇ ਰਹੀ ਹੈਗੀ ਉੱਧਰ। ਤਾਂ ਮਿਹਨਤ ਹੈ ਇਸ ਕੰਮ 'ਚ ਵੀ। ਉਸ ਟਾਈਮ ਵੀ ਰਾਜਿਆਂ ਨੇ ਕਰਵਾਤਾ ਕੰਮ, ਅੱਜ ਕੱਲ੍ਹ ਕੋਈ ਕਰਵਾ ਨਹੀਂ ਸਕਦਾ। ਕੋਈ ਸ਼ੌਂਕ ਵਾਲਾ ਬੰਦਾ ਹੋਊਗਾ, ਇਕੱਲਾ ਪੈਸਾ ਨਹੀਂ ਹੁੰਦਾ ਗਾ, ਨਾਲ ਸ਼ੌਂਕ ਵੀ ਹੋਣਾ ਚਾਹੀਦਾ। ਪੈਸੇ ਵਾਲੇ ਤਾਂ ਬਹੁਤ ਲੋਕ ਬੈਠੇ ਆ, ਬਹੁਤ ਬੈਠੇ, ਅਮੀਰ ਤੋਂ ਅਮੀਰ ਬੈਠੇ, ਪਰ ਸ਼ੌਂਕ ਚਾਹੀਦਾ ਇਸ ਕੰਮ। ਜਦੋਂ ਪੰਜਾਬ 'ਚ ਧਰਨਾ ਹੋਇਆ ਸੀਗਾ, ਕਿੰਨੇ ਕਰੋੜਾਂ ਦਾ ਆਇਆ ਸੀ ਨਾ, ਕਿੰਨੇ ਫੰਡਸ ਆਇਆ ਸੀ ਨਾ, ਤੇ ਉੱਥੇ ਹੀ ਚੀਜ਼ਾਂ ਹੈਗੀਆਂ। ਆਪਣੇ ਪੰਜਾਬ 'ਚ ਇੰਨਾ ਕੰਮ ਪਿਆ ਤੇ ਪਤਾ ਨਹੀਂ ਕਿਉਂ ਨਹੀਂ ਕਰਵਾ ਰਹੇ ਨਾ। ਤੇ ਜਦੋਂ ਤੁਸੀਂ ਕੰਮ ਹੋ ਗਿਆ, ਅਬ ਰਾਜਸਥਾਨ ਲੈ ਲਓ ਤੁਸੀਂ, ਕਿੰਨੀਆਂ ਬਿਲਡਿੰਗਸ, ਕਿੰਨੇ ਕਿਲੇ ਪਏ ਆ, ਸਾਰਾ ਰਿਸਟੋਰ ਹੋਇਆ, ਕਿੰਨੇ ਟੂਰਿਜ਼ਮ ਉੱਥੇ ਆਉਂਦੇ, ਕਿੰਨਾ ਨਾ ਵਧੀਆ ਉੱਥੇ ਕੰਮ ਚੱਲ ਰਿਹਾ ਤੇ ਲੋਕਾਂ ਦਾ ਬਿਜ਼ਨਸ ਚੱਲ ਰਿਹਾ। ਇਹੀ ਚੀਜ਼ ਹੈ, ਜਦੋਂ ਉੱਥੇ ਟੂਰਿਜ਼ਮ ਵਧੂਗਾ, ਇੱਥੇ ਬਿਜ਼ਨਸ ਚੱਲੂਗਾ, ਬਿਜ਼ਨਸ ਰਨ ਕਰੂਗਾ, ਇੰਨਾ ਕਰੂਗਾ ਕਿ ਆਪਣਾ ਵਧੀਆ, ਮਤਲਬ ਪੰਜਾਬ ਨੂੰ ਤੁਸੀਂ ਕਹਿ ਰਹੇ ਪੰਜਾਬ ਨੂੰ ਸਾਂਭ ਕੇ ਰੱਖਣਾ, ਪੰਜਾਬ ਨੂੰ ਅੱਗੇ ਵਧਾਉਣਾ, ਤੇ ਇਸੇ ਤਰ੍ਹਾਂ ਦੇ ਤਰੀਕੇ ਨਾਲ ਤਾਂ ਵਧੂਗਾ। ਹੁਣ ਪਤਾ ਨਹੀਂ ਇਹ ਚੀਜ਼ ਹਾਈਲਾਈਟ ਨਾ ਹੋ, ਜਾਂ ਮੈਂ ਗਲਤ ਨਹੀਂ ਕਹਿ ਰਹੀ, ਬਟ ਲੋਕ ਇਹ ਰਿਲੀਜਨ ਨੂੰ ਫੜ ਕੇ ਬਹਿ ਗਏ ਆ ਬਹੁਤ ਜ਼ਿਆਦਾ। ਸਭ ਕੀ ਮਤਲਬ ਮੈਨੂੰ ਸਮਝ ਨਹੀਂ ਆ ਰਹੀ, ਮੈਂ ਇਸ ਚੀਜ਼ ਨੂੰ ਐਕਸਪਲੇਨ ਕਿਵੇਂ ਕਰਾਂ। ਆਪਣਾ ਮਨ ਸਾਫ਼ ਹੈ ਨਾ, ਆਪਾਂ ਚੰਗੇ ਆ ਨਾ, ਕਿਸੇ ਲਈ ਮਾੜੀ ਸੋਚ ਨਹੀਂ ਰੱਖ ਰਹੇ। ਇਹ ਤੋਂ ਵੱਡਾ ਰਿਲੀਜਨ ਹੋਰ ਕੀ ਹੋ ਸਕਦਾ। ਬਿਲਕੁਲ, ਮਨ 'ਚ ਰਿਲੀਜਨ ਆ, ਪਰ ਉਹ ਸਾਹਮਣੇ ਵਾਲ ਨੂੰ ਮਨ 'ਚ ਗਾਲਾਂ ਕੱਢ ਰਹੇ, ਚਾਹੇ ਉਹਦੇ ਮੂੰਹ ਤੇ ਨਹੀਂ ਕੱਢ ਰਹੇ, ਉਹ ਕਿਹੜਾ ਰਿਲੀਜਨ ਆ। ਕੋਈ ਨਾ, ਤੁਸੀਂ ਸਵੇਰੇ ਸ਼ਾਮ ਪੂਜਾ ਪਾਠ ਕਰਦੇ ਹੋ, ਪਰ ਅਗਰ ਕਿਸੇ ਦੇ ਲਈ ਈਰਖਾ ਰੱਖਦੇ ਆ ਮਨ ਵਿੱਚ, ਕਿਸੇ ਦਾ ਪੈਸਾ ਖਾ ਰਹੇ ਹੋ, ਕਿਸੇ ਦਾ ਗਲਤ ਸੋਚ ਰਹੇ ਹੋ, ਕਿਸੇ ਦਾ ਗਲਤ ਕਰ ਰਹੇ ਹੋ, ਕਿਸੇ ਨੂੰ ਕਿਸੇ ਲਈ ਭੜਕਾ ਰਹੇ ਹੋ, ਇਹ ਕਾਹਦਾ ਰਿਲੀਜਨ ਆ। ਕਿਹੜਾ ਧਰਮ ਇਹ ਚੀਜ਼ਾਂ ਸਿਖਾਉਂਦਾ ਨਾ। ਤੇ
ਧਰਮ 'ਚ ਇਹੋ ਜਿਹਾ ਕੁਝ ਵੀ ਨਹੀਂ ਹੈਗਾ, ਸਭ ਬਣਾਵਟੀਆਂ ਗੱਲਾਂ ਨੇ, ਲੋਕਾਂ ਨੂੰ ਪਤਾ ਵੀ ਹੈ ਪਰ ਫਿਰ ਵੀ ਕਿਉਂ ਪਤਾ ਨਹੀਂ, ਇਹ ਸਭ ਕੁਝ ਮੇਰੇ ਹਿਸਾਬ ਨਾਲ ਨਾ ਇੱਕ ਸਿਰਫ ਪੈਸਾ 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 ਹੋਇਆ ਪਿਆ ਲੋਕਾਂ 'ਚ ਨਾ, ਵੀ ਪੈਸੇ ਤੇ ਇੱਕ ਦੂਜੇ ਨੂੰ ਮਾਰਨ ਨੂੰ ਹੋਏ ਪਏ ਆ, ਪੈਸੇ ਲਈ ਇੱਕ ਦੂਜੇ ਨਾਲ ਪੈਸੇ ਲਈ ਜੁੜੀ ਜਾਂਦੇ ਤੇ ਪੈਸੇ ਲਈ ਟੁੱਟੀ ਜਾਂਦੇ, ਕੋਈ ਨਾ ਸਿਰਫ ਪਾਵਰ ਤੇ ਪੈਸਾ ਚਾਹੀਦਾ, ਪੈਸਾ ਚਾਹੀਦਾ। ਇਹ ਮੈਨੂੰ ਲੱਗਦਾ ਸ਼ਾਇਦ ਪਤਾ ਨਹੀਂ ਜ਼ਿੰਦਗੀ ਭਰ ਦਾ ਹੀ ਅਮਰ ਪੱਟਾ ਲਿਖਾ ਕੇ ਆਏ ਵੀ ਅਸੀਂ ਮਰਨਾ ਹੀ ਨਹੀਂ, ਮਰੋਗੇ ਰੱਬ ਕੋਲ ਜਾਓਗੇ ਉਦੋਂ ਮੁੱਕੀ ਦਿਖਾਓਗੇ ਆਪਦਾ, ਉਦੋਂ ਸੋਚ ਲਿਓ। ਉਹ ਇਹ ਸੋਚ ਕੇ ਕੰਮ ਕਰ ਲਿਆ ਕਰੋ, ਇਹ ਸੋਚ ਕੇ ਰਿਲੀਜਨ ਨੂੰ ਤੋੜਿਆ ਕਰੋ, ਜੋੜਿਆ ਕਰੋ, ਇਹ ਤੋਂ ਉੱਪਰ ਕੁਝ ਨਹੀਂ ਹੈਗਾ। ਲੋਕ ਪਾਗਲ ਹੋਏ ਫਿਰਦੇ, ਪਤਾ ਨਹੀਂ ਇਹਨਾਂ ਨੂੰ, ਅਸੀਂ ਕਹਿੰਦੇ ਲੋਕ ਕਹਿੰਦੇ ਬਹੁਤ ਸਿਆਣੀਆਂ ਨੇ, ਬਹੁਤ ਸਿਆਣੀਆਂ ਗੱਲਾਂ ਕਰਦੀਆਂ ਨੇ, ਪਰ ਅਸੀਂ ਸੱਚੀ ਸੱਚ ਬੋਲ ਰਹੇ ਹਾਂ। ਤੁਸੀਂ ਸੋਚ ਕੇ ਦੇਖੋ, ਤੁਸੀਂ ਜ਼ਿੰਦਗੀ ਭਰ ਤੁਸੀਂ ਧਰਤੀ ਤੇ ਨਹੀਂ ਰਹਿਣਾ, ਤੁਸੀਂ ਮਰੋਗੇ, ਪਰ ਤੁਸੀਂ ਕੀ ਮੂੰਹ ਲੈ ਕੇ ਜਾਓਗੇ ਉਦੋਂ ਸੋਚ ਲਿਓ। ਫਿਰ ਅੱਗੇ ਦਾ ਕੀ ਟਾਰਗੇਟ ਹੈ ਹੁਣ? ਆਪਾਂ ਜੀ ਚੱਲ ਰਿਹਾ ਕਰ ਰਹੇ ਹਾਂ। ਦੇਖੋ ਅਸੀਂ ਇਹੀ ਹੈ ਨਾ, ਅੱਜ ਕੱਲ ਜਿਵੇਂ ਨੇ ਗੱਲ ਕਹੀ ਸੀ ਕਿ ਪੈਸਾ ਤਾਂ ਲੋਕਾਂ ਕੋਲ ਬਹੁਤ ਆ ਪਰ ਦਿਲ ਨਹੀਂ ਹੈਗਾ, ਹੈ ਨਾ, ਉਹ ਸੋਚ ਨਹੀਂ ਹੈਗੀ ਕੰਮ ਕਰਾਉਣ ਦੀ। ਫਲੈਕਸਾਂ ਤੁਸੀਂ ਲਗਵਾ ਲਓ, ਕੋਈ ਗੱਲ ਹੀ ਨਹੀਂ ਹੈਗੀ, ਅਸੀਂ ਤਾਂ ਆਪ ਕਹਿੰਦੇ ਲਗਵਾ ਲਓ ਜੀ, ਹੈ ਨਾ। ਅਸੀਂ ਤਾਂ ਹੀ ਕਹਿੰਦੇ ਕਿਉਂਕਿ ਜਦੋਂ ਬੰਦੇ ਨੇ ਆਪ ਹੀ ਮੂੰਹ ਤੋਂ ਕਹਿ ਦੀ ਮੈਂ ਤਾਂ ਚਲੋ ਫਲੈਕਸ ਹੀ ਇਹਨੇ 'ਚ ਹੋ ਜੂਗੀ ਜੀ, ਕਰਵਾ ਲਓ। ਜਦੋਂ ਬੰਦੇ ਉਹ ਅਸੀਂ ਸਾਡਾ ਆਰਟ ਵੀ ਮੈਂ ਕਹਿੰਦੀ ਉਸ ਘਰ 'ਚ ਜਾਵੇ, ਉਸ ਜਗ੍ਹਾ ਤੇ ਜਾਵੇ ਜਿੱਥੇ ਉਹਦੀ ਕਦਰ ਪਵੇ। ਹੁਣ ਜਿਵੇਂ ਅਸੀਂ ਇੱਥੇ ਕੀਤਾ, ਵੀਰੇ ਦਾ ਕੰਮ ਕੀਤਾ, ਇਹਨੂੰ ਹੁਣ ਪ੍ਰਾਈਵੇਟਲੀ ਨਾ ਇਸ ਨਾਲ ਡਿਟੇਲ 'ਚ ਕੋਈ ਕਰਾਉਂਦਾ ਨਹੀਂ ਜੀ, ਇਹਨਾਂ ਨੇ ਕਰਾਇਆ ਤੇ ਇਹਨਾਂ ਦੀ ਸੋਚ ਬਹੁਤ ਅੱਗੇ ਤੱਕ ਜਾ ਰਹੀ ਹੈ। ਹੁਣ ਰਾਜੇ ਮਹਾਰਾਜੇ ਵੀ ਇਹ ਸੋਚ ਲੈਂਦੇ ਨਾ ਕਿ ਨਹੀਂ ਚਲ ਜਾਣਾ, ਕੀ ਕਰਨਾ ਕਰਵਾ ਕੇ। ਅਸੀਂ ਉਸ ਟਾਈਮ ਚਲੋ ਪੈਸਾ ਉਹ ਨਹੀਂ ਦਿੰਦੇ ਸੀਗੇ, ਪਰ ਉਹਨਾਂ ਦਾ ਸਾਰੇ ਘਰ ਦਾ ਖਰਚਾ ਚੱਕਦੇ ਸੀਗੇ, ਹੈ ਨਾ, ਉਹਨਾਂ ਨੂੰ ਖਵਾਉਣਾ ਪਿਆਉਣਾ ਸੌਖਾ ਥੋੜੀ ਸੀਗਾ, ਹੈ ਨਾ। ਤੇ ਜਦੋਂ ਕਿਲੇ ਦੇ ਕਿਲੇ ਭਰੇ, ਉਹਨਾਂ ਨੇ ਕੋਈ ਰੀਜ਼ਨ ਆ ਉਹਦੇ ਵਿੱਚ ਬਹੁਤ ਵੱਡਾ। ਹੁਣ ਜਿਵੇਂ ਆਪਾਂ ਕਹਿ ਦਿੰਦੇ ਨਾ, ਹੁਣ ਚੀਜ਼ਾਂ ਹੁਣ ਜਿਵੇਂ ਆਪਣੇ ਗ੍ਰੰਥਾਂ 'ਚ ਬਹੁਤ ਕੁਝ ਬਦਲਿਆ ਜਾ ਰਿਹਾ, ਬਹੁਤ ਕੁਝ ਬਦਲਿਆ ਜਾ ਰਿਹਾ, ਪਰ ਉਹ ਜਿਹੜਾ ਪੁਰਾਣੇ ਕੰਧਾਂ 'ਚ ਕਰਾ ਕੇ ਗਏ, ਬਣਾ ਕੇ ਗਏ ਹੈ ਨਾ, ਬਹੁਤ ਚੀਜ਼ਾਂ ਪ੍ਰੈਕਟੀਕਲੀ ਉਹ ਕਰਕੇ ਗਏ ਆ, ਤੇ ਉਹਦਾ ਵੀ ਕੋਈ ਰੀਜ਼ਨ ਆ। ਜਿਹੜੇ ਪੁਰਾਣੇ ਕੇਵਸ ਬਣੇ ਹੋਏ ਆਪਣੇ ਇੰਡੀਆ 'ਚ, ਬਹੁਤ ਪੁਰਾਣੇ ਗੁਫਾਵਾਂ ਬਣੀਆਂ ਹੋਈਆਂ ਜਿੱਥੇ ਸਕਲਪਚਰਸ ਬਣੇ ਹੋਏ ਆ, ਉਹਦਾ ਵੀ ਬਹੁਤ ਵੱਡਾ ਰੀਜ਼ਨ ਆ ਕਿ ਉਹ ਕਿਉਂ ਬਣਾ ਕੇ ਗਏ ਆ। ਕਿਉਂਕਿ ਲੋਕਾਂ ਨੂੰ ਪਤਾ ਲਿਖਤ ਤਾਂ ਚੇਂਜ ਕੀਤੀ ਜਾ ਸਕਦੀ ਆ, ਪਰ ਜਿਹੜਾ ਅਸੀਂ ਕੇਵਸ 'ਚ ਬਣਾ ਕੇ ਗਏ ਆ, ਪ੍ਰੋਸੈਸਿੰਗ ਜਿਹੜੀ ਪ੍ਰੋਪਰ ਬਣਾ ਕੇ ਗਏ ਆ, ਉਹ ਨਹੀਂ ਚੇਂਜ ਕੀਤੀ ਜਾ ਸਕਦੀ। ਤਾਂ ਹੀ ਉਹ ਬਣਾ ਕੇ, ਇਹਨਾਂ ਦੇ ਪਿੱਛੇ ਬਹੁਤ ਵੱਡੇ ਵੱਡੇ ਰੀਜ਼ਨਸ ਆ, ਕੰਧਾਂ ਤੇ ਕੰਮ ਕਰਾਉਣਾ, ਕੇਵ ਸਕਲਪਚਰਸ ਬਣਾਉਣੇ, ਕਿ ਇਹਨਾਂ ਨੂੰ ਦੇਖ ਕੇ ਜਿਹੜੀ ਅੱਗੇ ਵਾਲੀ ਯੂਥ ਹੋਊਗੀ ਇਹ ਸੋਚਣਗੀਆਂ ਵੀ ਕਿਉਂ ਬਣੀਆਂ, ਤੇ ਉਹਨਾਂ ਦਾ ਮਾਈਂਡ ਚੱਲੂਗਾ ਤੇ ਇਹ ਚੀਜ਼ਾਂ ਪ੍ਰੀਜ਼ਰਵ ਰਹਿ ਜਾਣਗੀਆਂ ਤੇ ਬੱਚਿਆਂ ਦੇ ਕੰਮ ਆਉਣਗੀਆਂ, ਅੱਗੇ ਆਉਣ ਵਾਲੀ ਯੂਥ ਦੇ ਕੰਮ ਆਉਣਗੀਆਂ। ਬਟ ਪਤਾ ਨਹੀਂ ਹੁਣ ਸਭ ਕੁਛ ਉਹ ਚੀਜ਼ਾਂ ਨਾ ਸੋਚ ਕੇ ਸਿਰਫ ਇੱਕ ਚੀਜ਼ ਦੇ ਪਿੱਛੇ ਪਏ ਹੋਏ ਆ ਲੋਕ। ਤੁਹਾਨੂੰ ਦੱਸ ਦਿੱਤਾ ਕਿ ਇਹਦੇ ਨਾ, ਤੇ ਬਟ ਕਰਾਉਣ ਮੈਂ ਕਹਿੰਦੀ ਹਾਂ ਆਪਦੇ ਜਿੱਥੇ ਵੀ ਇੰਟਰਸਟ ਹੈਗਾ ਕਰਾਓ। ਇਹ ਫਲੈਕਸਾਂ ਫਲੂਕਸਾਂ ਤਾਂ ਖਤਮ ਹੋ ਜਾਣਗੀਆਂ, ਇਹ ਨਹੀਂ ਖਤਮ ਹੋਊਗਾ। ਤੁਸੀਂ ਇੱਥੇ ਇਹ ਤੁਹਾਡੇ ਪਤਾ 100 ਸਾਲ ਤੱਕ ਤੁਹਾਡੇ ਪ੍ਰੀਜ਼ਰਵ ਰਹਿਣਗੇ। ਹੈਂਡਮੇਡ ਆ, ਤੁਸੀਂ ਇਹਦੀ ਕਦਰ ਪਤਾ ਕਿੰਨੀ ਆ, ਉਹਨਾਂ ਪੁਰਾਣੇ ਲੋਕਾਂ ਨੂੰ ਵੀ ਪਤਾ, ਅੱਜ ਕੱਲ ਦੇ ਲੋਕਾਂ ਨੂੰ ਮਟੀਰੀਅਲਿਸਟਿਕ ਹੋ ਗਿਆ, ਉਹਨਾਂ ਨੂੰ ਨਹੀਂ ਪਤਾ ਲੱਗਦੀ, ਪਰ ਇਹਦੀ ਕਦਰ ਬਹੁਤ ਜ਼ਿਆਦਾ, ਬਹੁਤ ਵੈਲਿਊਏਬਲ ਚੀਜ਼ਾਂ ਨੇ। ਤੁਸੀਂ ਬਣਵਾਓ, ਮੈਂ ਤਾਂ ਕਹਿੰਦੀ ਆ, ਅਸੀਂ ਆਪਦੇ ਲਈ ਨਹੀਂ ਕਹਿ ਰਹੇ, ਬਟ ਤੁਸੀਂ ਆਪਦੇ ਬੱਚਿਆਂ ਲਈ ਚੀਜ਼ਾਂ ਬਣਵਾਓ। ਆਪਦੇ ਤੁਸੀਂ ਜੇ ਰਿਲੀਜਨ ਨੂੰ ਪ੍ਰੀਜ਼ਰਵ ਕਰਨਾ ਚਾਹੁੰਦੇ ਹੋ ਚੰਗੇ ਤਰੀਕੇ ਨਾਲ, ਚੰਗੇ ਥੋਟਸ ਨਾਲ, ਇਹ ਨਹੀਂ ਆਪਦੀ ਈਗੋ ਸ਼ੋ ਕਰਨ ਨਾਲ, ਤੇ ਤੁਸੀਂ ਬਣਵਾਓ, ਉਹਨੂੰ ਦਿਖਾਓ, ਸਮਝਾਓ। ਸੋ ਇਸੇ ਚੀਜ਼ ਨੂੰ ਤੁਸੀਂ ਕੰਟੀਨਿਊ ਕਰੋਗੇ? ਹਾਂਜੀ ਹਾਂਜੀ, ਆਪਾਂ ਇਹ ਕੰਟੀਨਿਊ ਕਰਨਾ ਕੰਮ, ਆਪਾਂ ਇਹਨੂੰ ਬੰਦ ਹੀ ਕਰਨਾ ਵੀ ਨਹੀਂ, ਕਿਸੇ ਵੀ ਤਰੀਕੇ ਨਾਲ ਨਹੀਂ ਕਰਨਾ। ਅਸੀਂ ਜਦੋਂ ਤੱਕ ਹੈਗੇ ਆ, ਰੱਬ ਨੇ ਜਦੋਂ ਤੱਕ ਸਾਡੀ ਉਮਰ ਲਿਖੀ, ਅਸੀਂ ਕਰਨਾ ਇਹ ਕੰਮ। ਰੰਗ ਟੋਲਾ ਬਣਾਇਆ, ਤੁਹਾਨੂੰ ਅੱਗੇ ਜ਼ਰੂਰ ਲੈ ਕੇ ਜਾਵਾਂਗੇ। ਬਹੁਤ ਵੱਡੀ ਬਖਸ਼ਿਸ਼ ਹੈ ਇਹ, ਬਹੁਤ ਵੱਡੀ ਬਖਸ਼ਿਸ਼ ਹੈ। ਕਲਾ ਹਰ ਕਿਸੇ ਦੇ ਨਸੀਬ 'ਚ ਨਹੀਂ ਹੁੰਦੀ, ਸਾਡੇ ਨਸੀਬਾਂ 'ਚ ਜੇ ਆਈ ਗਿਆ, ਅਸੀਂ ਸਾਂਭ ਕੇ ਰੱਖਣਾ, ਇਹ ਬਹੁਤ ਵੱਡਾ ਗਿਫਟ ਹੈ ਰੱਬ ਵੱਲੋਂ। ਤੇ ਰੱਬ ਨੂੰ ਇਸ ਚੈਨਲ ਦੇ ਥਰੂ ਜੇ ਵਾਹਿਗੁਰੂ ਜੀ ਬਹੁਤ ਥੈਂਕ ਯੂ ਤੁਹਾਡਾ, ਤੁਸੀਂ ਸਾਨੂੰ ਇਹ ਕਲਾ ਦਿੱਤੀ ਹੈ ਤੇ ਇਹਨੂੰ ਅਸੀਂ ਸਾਂਭ ਕੇ ਰੱਖਣਾ, ਤੇ ਅਸੀਂ ਜਿਹਨੂੰ ਇਹਦੀ ਕਦਰ ਹੋਊਗੀ ਉਹਦੇ ਕੋਲੇ ਜਾਊਗੀ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਇੰਨੀ ਸੋਹਣੀ ਸੋਚ ਅੱਖਰ ਤੇ ਰੱਖਣ ਲਈ। ਥੈਂਕ ਯੂ ਸੋ ਮਚ। ਥੈਂਕ ਯੂ। ਇਹ ਬਹੁਤ ਵੱਡੀ ਗੱਲ ਹੈ ਕਿ ਕੋਈ ਲੀਹੋਂ ਹਟ ਕੇ ਕੋਈ ਕੰਮ ਕਰ ਰਿਹਾ ਹੈ, ਤੇ ਉਹ ਵੀ ਮਤਲਬ ਛੋਟੀ ਸ਼ੁਰੂਆਤ ਛੋਟੇ ਤੋਂ ਹੀ ਹੁੰਦੀ ਹੈ, ਤੇ ਇੱਕ ਨਾ ਇੱਕ ਦਿਨ ਕਾਮਯਾਬੀ ਜ਼ਰੂਰ ਮਿਲੂਗੀ ਇਹਨਾਂ ਨੂੰ। ਤੇ ਤੁਸੀਂ ਵੀ ਆਪਣੀਆਂ ਹਿਸਟਰੀ ਦੇ ਨਾਲ, ਆਪਣੀ ਹਿਸਟਰੀ ਦੇ ਨਾਲ ਜੁੜੋ, ਕਲਾ ਦੀ ਕਦਰ ਕਰੋ। ਆਪਣੇ ਸਹਿਯੋਗੀ ਰਵੀ ਸ਼ੰਕਰ ਦੇ ਨਾਲ ਮੈਂ ਪਵਨਪ੍ਰੀਤ ਕੌਰ, ਅੱਖਰ ਦੇ ਲਈ।